वाहिगुरु जी का खालसा वाहिगुरु जी की फतेह। गुरु की साजी नवाजी साध संगत, बहुत वड्डियां भागां वाले हो आप जी जो इन्हां विशेष गुरमत क्लासां दे विच हाज़री भरदे हो। सतगुरां दी किरपा सदका आपां इस शाम दी क्लास विच धन सतगुरु श्री गुरु अमरदास तीसरे पातशाह जी दी पावन बाणी श्री आनंद साहिब जी दी संथਿਆ ਅਤੇ विचार जो है ਉਹਦੇ ਨਾਲ जुड़ते हाँ। तो आप सब संगत का बहुत बहुत धन्यवाद जो आप जी गुरमत ਦੀਆਂ इन्हां क्लासां का लाहा लै रहे हो। सो सतगुरां दी दया सदका आपां आनंद साहिब दियां जो 35 पौड़ियां ਹਨ ਉਹ कर चुके हैं। ਤੇ ਹੁਣ ਆਪ ਜੀ ਦੀ ਸਕਰੀਨ ਤੇ ਇਹ 36ਵੀਂ ਪੌੜੀ ਹੈ ਤੇ 40 ਪੌੜੀਆਂ ਕੁੱਲ ਜਿਹੜੀਆਂ ਹਨ ਉਹ ਆਨੰਦ ਸਾਹਿਬ ਦੀ ਬਾਣੀ ਦੀਆਂ ਹਨ। ਸੋ ਆਪਾਂ ਅੱਜ ਜੋ ਸੰਥਿਆ ਹੈ ਉਹ ਇੱਥੋਂ ਸ਼ੁਰੂ ਕਰਨੀ ਹੈ। ਸਤਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। सतगुरु कहते ए नेत्रो मेरे हो हर तुम मह जोत धरी हर बिन अवर ना देखो कोई। ए नेत्र हो मेरे हो इत्थे थोड़ा रुकना है। हर तुम मह जोत धरी इत्थे रुकना है। हर बिन अवर ना देखो कोई। सतगुरु गुरु गरीब नवाज अपने नेत्रां नूं समझाउंदे होए कहंदे आ ਜਾਂ ਕਹਿੰਦੇ ਆ ਕਿ ਇਹ ਸਿੱਖਾ ਆਪਣੇ ਨੇਤਰਾਂ ਨੂੰ ਇਸ ਤਰ੍ਹਾਂ ਸਮਝਾ। ਕਿਉਂਕਿ ਸਾਧ ਸੰਗਤ ਜਿਹੜੀਆਂ ਅੱਖਾਂ ਹੁੰਦੀਆਂ ਨਾ ਨੇਤਰ ਇਹ ਸਾਡੇ ਅੰਨੇ ਆ। ਅਸਲ ਦੇ ਵਿੱਚ ਸਾਡੀਆਂ ਅੱਖਾਂ ਅੰਨੀਆਂ ਹਨ। ਕਾਹਦੇ ਵਿੱਚ? ਮਾਇਆ ਦੇ ਵਿੱਚ, ਰੂਪ ਦੇਖਣ ਦੇ ਵਿੱਚ, ਵਿਕਾਰ ਦੇਖਣ ਦੇ ਵਿੱਚ ਅੰਨੀਆਂ ਹੋਈਆਂ ਪਈਆਂ ਇਹ ਅੱਖਾਂ। ਸਭ ਤੋਂ ਵੱਧ ਜਿੰਨੇ ਵੀ ਵਿਕਾਰ ਆ ਨਾ ਉਹ ਇਹਨਾਂ ਅੱਖਾਂ ਦੁਆਰਾ ਸਾਡੇ ਅੰਦਰ ਜਾਂਦੇ ਆ। ਸੰਸਾਰ ਦੇ ਉੱਤੇ ਜਿੰਨੇ ਵੀ ਕਾਰਜ ਕਰਦੇ ਆ ਤੇ ਜੇ ਉਹਨਾਂ ਕਾਰਜਾਂ ਦੇ ਵਿੱਚ ਗੁਰੂ ਦੀ ਸ਼ਮੂਲੀਅਤ ਨਹੀਂ ਹੈ, ਜੇ ਉਹਨਾਂ ਕੰਮਾਂ ਦੇ ਵਿੱਚ ਗੁਰੂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਭਾਵ ਗੁਰਬਾਣੀ ਦੇ ਅਨੁਸਾਰ ਉਹਨਾਂ ਕੰਮਾਂ ਨੂੰ ਨਾ ਦੇਖਿਆ ਗਿਆ ਤੇ ਉਹ ਵਿਕਾਰ ਹੋ ਜਾਂਦੇ। ਫਿਰ ਮਨੁੱਖ ਨੂੰ ਵਿਕਾਰ ਹੀ ਦਿਖਦੇ ਆ ਹਰ ਜਗ੍ਹਾ ਦੇ ਉੱਤੇ। ਤੇ ਇਹਨਾਂ ਅੱਖਾਂ ਦੇ ਨਾਲ ਮਨੁੱਖ ਵਿਕਾਰ ਵੇਖਦਾ ਹੈ, ਇਹਨਾਂ ਅੱਖਾਂ ਦੇ ਨਾਲ ਵਿਕਾਰ ਕਮਾਉਂਦਾ ਹੈ। ਸਭ ਤੋਂ ਵੱਧ ਵਿਕਾਰ ਜਿਹੜਾ ਹੈ ਨਾ ਉਹ ਅੱਖਾਂ ਦੇ ਰਾਹੀਂ ਸਾਡੇ ਅੰਦਰ ਜਾਂਦੇ। ਇੱਥੋਂ ਤੱਕ ਕਿ ਇਹ ਜਿਹੜੀਆਂ ਅੱਖਾਂ ਜਿੰਨਾ ਚਿਰ ਇਹ ਪ੍ਰਮਾਤਮਾ ਨਾਲ ਨਹੀਂ ਜੁੜਦੀਆਂ, ਜਿੰਨਾ ਚਿਰ ਉਸ ਅਕਾਲ ਪੁਰਖ ਨੂੰ ਸਾਰੀ ਜਗ੍ਹਾ ਨਹੀਂ ਦੇਖਦੀਆਂ, ਉਹਨਾਂ ਚਿਰ ਇਹ ਅੰਨੀਆਂ ਹਨ। ਤੇ ਗੁਰਬਾਣੀ ਅਨੁਸਾਰ ਅੰਨਾ ਮਨੁੱਖ ਉਹ ਨਹੀਂ ਜਿਹਦੀਆਂ ਅੱਖਾਂ ਨਹੀਂ ਹੈਗੀਆਂ। ਗੁਰਬਾਣੀ ਅਨੁਸਾਰ ਅੰਨਾ ਉਹ ਮਨੁੱਖ ਹੈ ਜਿਹਦੇ ਕੋਲ ਗੁਰੂ ਦੁਆਰਾ ਬਖਸ਼ਿਸ਼ ਗਿਆਨ ਦੀਆਂ ਅੱਖਾਂ ਨਹੀਂ ਹੈਗੀਆਂ, ਉਹ ਅੰਨਾ ਹੈ। ਪਰ ਜਿਨ੍ਹਾਂ ਨੂੰ ਗਿਆਨ ਦੀ ਬਖਸ਼ਿਸ਼ ਹੋ ਗਈ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਮਨੁੱਖ ਸੰਸਾਰ ਦਾ ਸਭ ਤੋਂ ਵੱਧ ਕਾਰਜ ਹੀ ਇਹਨਾਂ ਅੱਖਾਂ ਦੁਆਰਾ ਹੀ ਕਰਦਾ, ਕਿਉਂਕਿ ਅੱਖਾਂ ਹਨ ਤੇ ਜਹਾਨ ਹੈ। ਇਸੇ ਤਰ੍ਹਾਂ ਕਿਹਾ ਹੈ ਨਾ ਮੁਹਾਵਰਾ ਇੱਕ, ਕਹਿੰਦੇ ਅੱਖਾਂ ਗਈਆਂ ਜਹਾਨ ਗਿਆ। ਜਿਹਦੀਆਂ ਅੱਖਾਂ ਚਲੇ ਗਈਆਂ ਉਹਦੇ ਵਾਸਤੇ ਜਹਾਨ ਹੀ ਚਲਾ ਜਾਂਦਾ। ਇਸ ਕਰਕੇ ਜਿੱਥੇ ਸੰਸਾਰ ਨੂੰ ਅੱਖਾਂ ਦੇਖਦੀਆਂ ਉਹਨੂੰ ਦੇਖਣਾ ਕਿਸ ਤਰੀਕੇ ਨਾਲ, ਉਹ ਸਤਿਗੁਰਾਂ ਨੇ ਗੱਲ ਸਮਝਾਈ ਆ ਕਿ ਸਿੱਖੋ ਆਪਣੀਆਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਦੇਖੋ। ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋਤ ਧਰੀ, ਤੁਹਾਡੇ ਵਿੱਚ ਜੋਤ ਰੱਖੀ ਗਈ ਆ ਤਾਂ ਤੁਸੀਂ ਦੇਖਦੇ ਹੋ। ਇਸ ਕਰਕੇ ਜਿਸ ਨੇ ਜੋਤ ਧਰੀ ਆ ਨਾ ਉਹਨੂੰ ਦੇਖੋ। ਹਰ ਬਿਨ ਅਵਰ ਨਾ ਦੇਖੋ ਕੋਈ, ਹਰੀ ਤੋਂ ਬਿਨਾਂ ਹੋਰ ਕੁਝ ਨਾ ਦੇਖੋ। ਸੰਸਾਰ ਦੀ ਹਰ ਸ਼ੈ ਦੇ ਵਿੱਚੋਂ ਉਸ ਅਕਾਲ ਪੁਰਖ ਨੂੰ ਮਹਿਸੂਸ ਕਰੋ, ਉਹਨੂੰ ਦੇਖੋ। ਵਿਕਾਰ ਨਾ ਦੇਖੋ, ਰੂਪ ਨਾ ਦੇਖੋ। ਇਹਨਾਂ ਅੱਖਾਂ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਉਸ ਪ੍ਰਮਾਤਮਾ ਦੇ ਹਰੀ ਦੇ ਦਰਸ਼ਨ ਕਰੋ।
ਇਹ ਤੁਹਾਨੂੰ ਤਾਂ ਦਿੱਤੀਆਂ ਹੋਈਆਂ, ਇਹਨਾਂ ਦੇ ਵਿੱਚ ਜੋਤ ਤਾਂ ਧਰੀ ਹੋਈ ਆ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ। ਕਾਦੇ ਵਾਸਤੇ ਧਰੀ ਹੈ? ਹਰ ਬਿਨ ਅਵਰ ਨਾ ਦੇਖੋ ਕੋਈ। ਹਰੀ ਤੋਂ ਬਿਨਾ ਤੁਸੀਂ ਹੋਰ ਕੁਝ ਵੀ ਨਾ ਦੇਖੋ, ਤਾਂ ਤੁਹਾਡੇ ਵਿੱਚ ਰੋਸ਼ਨੀ ਹੈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿੰਦੇ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਦੇਖੋ ਹੀ ਨਾ। ਹਰ ਬਿਨ ਅਵਰ ਨਾ ਦੇਖੋ ਕੋਈ, ਕੋਈ ਨਾ ਦੇਖੋ ਹੋਰ, ਨਦਰੀ ਹਰ ਨਿਹਾਲਿਆ। ਇਸ ਹਰੀ ਨੂੰ, ਉਸ ਪਰਮਾਤਮਾ ਨੂੰ ਇਸ ਨਿਗਾਹ ਦੇ ਨਾਲ ਨਦਰੀ ਹਰ ਨਿਹਾਲਿਆ। ਇਸ ਨਜ਼ਰ ਦੇ ਨਾਲ ਉਸ ਪਰਮਾਤਮਾ ਨੂੰ ਨਿਹਾਲੋ, ਉਹਨੂੰ ਵੇਖੋ। ਸਿਰਫ ਹਰੀ ਤੋਂ ਬਿਨਾ, ਉਸ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਨੂੰ ਨਾ ਦੇਖੋ। ਨਦਰੀ ਹਰ ਨਿਹਾਲਿਆ, ਉਸੇ ਨੂੰ ਹੀ ਦੇਖੋ, ਉਸੇ ਨੂੰ ਹੀ ਨਿਹਾਲੋ, ਭਾਵ ਵੇਖੋ। ਨਦਰ ਦਾ ਅਰਥ ਹੈ ਨਜ਼ਰ। ਇਸ ਨਜ਼ਰ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਦੇਖੋ। ਹਰ ਜਗ੍ਹਾ ਘੱਟ ਘੱਟ ਵਸਿਆ ਹੋਇਆ ਹੈ ਉਹ ਅਕਾਲ ਪੁਰਖ, ਤੇ ਉਹਨੂੰ ਵੇਖੋ ਇਹਨਾਂ ਅੱਖਾਂ ਦੇ ਨਾਲ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹੋ ਵਿਸ ਸੰਸਾਰ ਤੁਮ ਦੇਖਦੇ। ਵਿਸ ਦਾ ਅਰਥ ਵਿਸ਼ਵ ਵੀ ਹੈ, ਵਿਸ਼ਵ ਤੋਂ ਭਾਵ ਸਾਰਾ ਸੰਸਾਰ ਸਮੁੱਚਾ, ਤੇ ਸ਼ਬਦ ਨਾਲ ਸੰਸਾਰ ਵੀ ਲੱਗਾ ਹੈ। ਤੇ ਵਿਸ ਦਾ ਅਰਥ ਜਿਹੜਾ ਆਪਾਂ ਕਰਾਂਗੇ ਸਾਰਾ ਸੰਸਾਰ, ਜਿੱਥੋਂ ਵੀ ਤੁਹਾਨੂੰ ਦਿਖਦਾ ਹੈ, ਜਿਸ ਜਿਸ ਜਗ੍ਹਾ ਤੇ ਜਾਂਦੇ ਹੋ, ਜਿੱਥੇ ਵੀ ਵੇਖਦੇ ਹੋ, ਇਹੋ ਵਿਸ ਸੰਸਾਰ ਤੁਮ ਦੇਖਦੇ। ਤੁਸੀਂ ਜਿੰਨਾ ਵੀ ਸੰਸਾਰ ਦੇਖਦੇ ਹੋ ਨਾ ਇਹਨਾਂ ਅੱਖਾਂ ਦੇ ਨਾਲ, ਇਹੋ ਹਰ ਕਾ ਰੂਪ ਹੈ, ਇਹ ਹਰੀ ਦਾ ਰੂਪ ਹੈ। ਉਹਨੇ ਸਾਰਾ ਪੈਦਾ ਕੀਤਾ ਹੋਇਆ, ਉਹਨੇ ਸਾਰਾ ਬਣਾਇਆ ਹੋਇਆ, ਇਸ ਕਰਕੇ ਹਰੀ ਦਾ ਰੂਪ ਹੈ ਸਾਰਾ ਵਿਸ਼ਵ, ਸਾਰਾ ਸੰਸਾਰ। ਤੇ ਉਹਨੂੰ ਦੇਖੋ ਹਰ ਵਸਤੂ ਦੇ ਵਿੱਚੋਂ, ਹਰ ਚੀਜ਼ ਦੇ ਵਿੱਚੋਂ। ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ। ਗੁਰ ਪ੍ਰਸਾਦੀ ਬੁੱਝਿਆ, ਬੁੱਝਿਆ ਪੜ੍ਹਨਾ, ਬੁੱਝਿਆ ਨਹੀਂ ਪੜ੍ਹਨਾ, ਬੁੱਝਿਆ। ਬੁੱਝਿਆ ਭਾਵ ਜਾਣਨਾ। ਸਤਿਗੁਰ ਕਹਿੰਦੇ ਆ, ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਹੀ ਇਹ ਬੁੱਝਿਆ, ਇਹ ਪਤਾ ਲੱਗਦਾ ਹੈ। ਜਾ ਵੇਖਾਂ ਹਰ ਇੱਕ ਹੈ, ਇਹ ਹਰ ਘਟ ਘਟ ਦੇ ਵਿੱਚ ਉਹ ਅਕਾਲ ਪੁਰਖ ਸਮਾਇਆ ਹੋਇਆ। ਕਿਹਦੇ ਦੁਆਰਾ ਪਤਾ ਲੱਗਦਾ? ਗੁਰੂ ਦੁਆਰਾ। ਫਿਰ ਇਹ ਅੱਖਾਂ ਪਵਿੱਤਰ ਹੁੰਦੀਆਂ, ਫਿਰ ਇਹ ਨੇਤਰ ਵੇਖਦੇ ਹਰੀ ਨੂੰ, ਜਦੋਂ ਗੁਰੂ ਕਿਰਪਾ ਕਰਦਾ। ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਫਿਰ ਪਤਾ ਲੱਗ ਜਾਂਦਾ ਹੈ ਕਿ ਹਰੀ ਤੋਂ ਬਿਨਾ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ ਸੰਸਾਰ ਦੇ ਉੱਤੇ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਕਹਿੰਦੇ ਆ, ਕਹਿੰਦੇ ਕਹਿ ਨਾਨਕ ਇਹ ਨੇਤਰ, ਇਹ ਜਿਹੜੀਆਂ ਅੱਖਾਂ ਹਨ, ਅੰਧ ਸੇ, ਅੰਧ ਸਨ, ਅੰਨੀਆਂ ਸਨ, ਵਿਕਾਰ ਦੇਖਦੀਆਂ ਸਨ, ਵਿਕਾਰ ਕਮਾਉਂਦੀਆਂ ਸਨ, ਵੰਨ ਸੁਵੰਨੇ ਰੂਪ ਦੇਖਣ ਵੱਲ ਲੱਗੀਆਂ ਹੋਈਆਂ ਸਨ, ਇਸ ਕਰਕੇ ਅੰਨੀਆਂ ਸਨ। ਇਹਨਾਂ ਦੇ ਵਿੱਚ ਕੋਈ ਸਮਰੱਥਾ ਨਹੀਂ ਸੀ, ਇਹ ਅੰਨੀਆਂ ਹੋ ਕੇ ਲੱਗੀਆਂ ਸਨ ਵਿਕਾਰਾਂ ਦੇ ਵਿੱਚ। ਕਾਮ ਭੋਗਦਾ ਹੈ ਮਨੁੱਖ ਅੱਖਾਂ ਦੇ ਨਾਲ, ਅੱਖਾਂ ਦੇ ਨਾਲ ਹੀ ਸਾਰਾ ਵਿਸ਼ਵ ਨੂੰ ਦੇਖਦਾ ਹੈ। ਮਾੜਾ ਚੰਗਾ ਇਹਨੂੰ ਅੱਖਾਂ ਦੇ ਨਾਲ ਹੀ ਦਿਖਦਾ ਹੈ। ਇਹ ਮੇਰਾ ਹੈ, ਇਹ ਤੇਰਾ ਹੈ, ਅੱਖਾਂ ਨਾਲ ਵੇਖ ਕੇ ਅੰਦਾਜ਼ਾ ਲਾਉਂਦਾ ਹੈ। ਵਿਕਾਰ ਵੀ ਇਸੇ ਅੱਖਾਂ ਨਾਲ ਹੀ ਸ਼ੁਰੂ ਹੁੰਦਾ ਹੈ, ਇਹਦੇ ਨਾਲ ਹੀ ਵਿਕਾਰ ਮਨੁੱਖ ਕਮਾਉਣੇ ਸ਼ੁਰੂ ਹੁੰਦਾ ਹੈ। ਇਸ ਕਰਕੇ ਅੰਨੇ ਸਨ ਨੇਤਰ, ਇਹ ਅੱਖਾਂ ਅੰਨੀਆਂ ਸਨ, ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਅਕਾਲ ਪੁਰਖ ਦਿਖਦਾ ਹੀ ਨਹੀਂ ਸੀ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਮੇਰਾ, ਤੇਰਾ, ਦੂਜਾ, ਤੀਜਾ ਇਸ ਤਰ੍ਹਾਂ ਲੱਗਦਾ ਸੀ, ਜਿਨ੍ਹਾਂ ਅੱਖਾਂ ਨੂੰ ਸਿਰਫ ਰੂਪ ਦੇਖਦੇ ਸਨ, ਉਹ ਅੱਖਾਂ ਅੰਨੀਆਂ ਸਨ। ਕਹਿ ਨਾਨਕ ਇਹ ਨੇਤਰ ਅੰਧ ਸੇ, ਅੰਧ ਸਨ ਇਹ ਨੇਤਰ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਜਦੋਂ ਪ੍ਰਾਪਤ ਹੋ ਗਿਆ, ਜਦੋਂ ਗੁਰੂ ਮਿਲ ਗਿਆ, ਜਦੋਂ ਗੁਰੂ ਨੇ ਕਿਰਪਾ ਕੀਤੀ, ਫਿਰ ਦਿਵ ਦ੍ਰਿਸ਼ਟੀ ਪ੍ਰਾਪਤ ਹੋਈ। ਫਿਰ ਹਰ ਜਗ੍ਹਾ ਦੇ ਉੱਤੇ ਕੌਣ ਦਿਖਣ ਲੱਗ ਪਿਆ? ਵਾਹਿਗੁਰੂ। ਹਰ ਜਗ੍ਹਾ ਦੇ ਉੱਤੇ ਉਹ ਪਰਮਾਤਮਾ ਜਿਹੜਾ ਰਮਿਆ ਹੋਇਆ ਰਾਮ ਹੈ, ਉਹ ਹਰ ਕਣ ਕਣ ਦੇ ਵਿੱਚੋਂ ਜਿਹੜਾ ਦਿਖਣ ਲੱਗ ਪਿਆ। ਫਿਰ ਸਾਰੇ ਝਗੜੇ ਝੇੜੇ ਖਤਮ ਹੋ ਗਏ, ਫਿਰ ਸਾਰੇ ਤਰ੍ਹਾਂ ਦੇ ਵਿਕਾਰ ਖਤਮ ਹੋ ਗਏ, ਫਿਰ ਸਾਰਾ ਮੇਰ ਤੇਰ ਮਿਟ ਗਈ। ਜਦੋਂ ਇਹਨਾਂ ਨੇਤਰਾਂ ਦੇ ਨਾਲ ਦੇਖਿਆ ਕਿ ਹਰ ਪਾਸੇ ਤੇ ਹਰੀ ਹੈ, ਉਹ ਤੇ ਮਾੜੇ ਦੇ ਵਿੱਚ ਵੀ ਆ, ਉਹ ਤੇ ਚੰਗੇ ਦੇ ਵਿੱਚ ਵੀ ਆ, ਉਹ ਤੇ ਹਰ ਜਗ੍ਹਾ ਹੈ। ਜਦੋਂ ਇਹ ਦਿਖਣ ਲੱਗ ਪਿਆ, ਤੇ ਫਿਰ ਜਿਹੜਾ ਆ
ਦਿਵ ਦ੍ਰਿਸ਼ਟੀ ਪ੍ਰਾਪਤ ਹੋਈ ਜਦੋਂ ਗੁਰੂ ਨੇ ਕਿਰਪਾ ਕੀਤੀ। ਕਹੈ ਨਾਨਕ ਇਹ ਨੇਤਰ ਅੰਧ ਸੇ, ਇਹ ਅੰਨੇ ਸਨ ਨੇਤਰ ਹੁਣ ਤੱਕ। ਤੇ ਫਿਰ ਕੀ ਹੋਇਆ? ਸਤਿਗੁਰ ਮਿਲਿਆ। ਫਿਰ ਸਤਿਗੁਰ ਮਿਲਿਆ, ਤੇ ਜਦੋਂ ਸਤਿਗੁਰ ਮਿਲਿਆ ਫਿਰ ਪ੍ਰਾਪਤ ਕੀ ਹੋਇਆ? ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਫਿਰ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਗਈ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ। ਫਿਰ ਸਤਿਗੁਰੂ ਕੋਲੋਂ ਗਿਆਨ ਪ੍ਰਾਪਤ ਹੋਇਆ। ਫਿਰ ਇਹਨਾਂ ਨੇਤਰਾਂ ਦੇ ਨਾਲ ਵਿਕਾਰ ਵੇਖਣੇ ਛੱਡ ਕੇ ਮਨੁੱਖ ਪਰਮਾਤਮਾ ਨੂੰ ਵੇਖਣ ਲੱਗ ਪਿਆ। ਹੁਣ ਆਪ ਜੀ ਵਾਹਿਗੁਰੂ ਅੱਗੇ ਆ ਜਾਓ। 37ਵੀਂ ਪੌੜੀ ਹੈ ਆਪ ਜੀ ਦੀ ਸਕਰੀਨ ਉੱਤੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਇਹ ਸਰਵਣਹੁ ਮੇਰੇ ਹੋ, ਸਾਚੈ ਸੁਨਨੈ ਨੂੰ ਪਠਾਏ। ਇਹ ਸਰਵਣੋ, ਇਹ ਮੇਰੇ ਅੱਖਾਂ ਅੱਖਾਂ ਵਾਹਿਗੁਰੂ, ਇਹ ਮੇਰੇ ਕੰਨੋਂ। ਸਰਵਣੋ ਦਾ ਅਰਥ ਹੁੰਦਾ ਕੰਨ। ਇਹ ਮੇਰੇ ਕੰਨੋਂ ਤੁਹਾਨੂੰ ਜਿਹੜਾ ਹੈ ਨਾ ਬਣਾਇਆ ਗਿਆ, ਪਠਾਏ ਭੇਜਿਆ ਗਿਆ। ਪਠਾਏ ਦਾ ਅਰਥ ਹੁੰਦਾ ਭੇਜਣਾ। ਤੁਹਾਨੂੰ ਸਰੀਰ ਦੇ ਨਾਲ ਲਾ ਕੇ ਇਸ ਕਰਕੇ ਭੇਜਿਆ ਗਿਆ ਕਿ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਸੁਣੋ, ਉਸ ਪਰਮਾਤਮਾ ਦੇ ਨਾਮ ਨੂੰ ਸੁਣੋ। ਤੁਸੀਂ ਬਾਣੀ ਸੁਣਨ ਵਾਸਤੇ ਸੰਸਾਰ ਚ ਆਏ ਹੋ, ਵਿਕਾਰ ਸੁਣਨ ਵਾਸਤੇ, ਨਿੰਦਿਆ ਚੁਗਲੀਆਂ ਸੁਣਨ ਵਾਸਤੇ ਨਹੀਂ ਆਏ। ਮਸ਼ਕੀਨ ਸਾਹਿਬ ਬੜੀ ਸੁੰਦਰ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਨਿੰਦਿਆ ਦਾ ਰਸ ਇੰਨਾ ਜ਼ਿਆਦਾ ਹੈ ਨਾ ਮਨੁੱਖ ਨੂੰ। ਕਹਿੰਦੇ ਕੋਈ ਮਨੁੱਖ, ਉਹਦੀ ਆਵਾਜ਼ ਘਟਾ ਦੇ, ਕੋਈ ਮਨੁੱਖ ਕਹਿੰਦੇ ਭਾਵੇਂ ਹਸਪਤਾਲ ਚ ਮੰਜੇ ਤੇ ਪਿਆ ਹੋਵੇ ਨਾ, ਵਿਲਕ ਰਿਹਾ ਹੋਵੇ, ਉਹਦੇ ਲਾਗੇ ਜਾ ਕੇ ਉਹਦੇ ਦੁਸ਼ਮਣ ਦੀ ਨਿੰਦਿਆ ਕਰਨੀ ਸ਼ੁਰੂ ਕਰ ਦੋ, ਉਹ ਵੀ ਉੱਠ ਕੇ ਖੜਾ ਹੋ ਜਾਂਦਾ, ਉਹ ਵੀ ਉੱਠ ਕੇ ਬਹਿ ਜਾਂਦਾ। ਇਸ ਕਰਕੇ ਇਹ ਜਿਹੜੇ ਸੁਣਨ ਵਾਸਤੇ ਸਾਨੂੰ ਕੰਨ ਮਿਲੇ ਆ ਨਾ, ਇਹ ਨਿੰਦਿਆ ਚੁਗਲੀ ਸੁਣਨ ਵਾਸਤੇ ਨਹੀਂ ਮਿਲੇ, ਇਹ ਹੋਰ ਗੀਤ ਸੰਗੀਤ ਸੁਣਨ ਵਾਸਤੇ ਨਹੀਂ ਮਿਲੇ। ਫਿਰ ਸਤਿਗੁਰੂ ਮਿਲੇ ਕਾਹਦੇ ਵਾਸਤੇ ਆ? ਸਾਚੈ ਸੁਨਨੈ ਨੂੰ ਪਠਾਏ। ਇਹ ਤੁਹਾਨੂੰ ਤਾਂ ਮਿਲਿਆ ਕਿ ਤੁਸੀਂ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣ ਸਕੋ। ਸਾਚੈ ਸੁਨਨੈ ਨੂੰ ਪਠਾਏ, ਸਰੀਰ ਲਾਏ, ਤੁਹਾਨੂੰ ਤਾਂ ਭੇਜਿਆ ਸਰੀਰ ਨਾਲ ਲਾ ਕੇ। ਸੁਣੋ ਸਤ ਬਾਣੀ, ਤੁਸੀਂ ਇਸ ਪਰਮੇਸ਼ਰ ਦੀ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਜਿਹੜੀ ਉਹ ਸੁਣੋ। ਉਹ ਸੱਚੀ ਬਾਣੀ ਨੂੰ ਸੁਣਨ ਵਾਸਤੇ ਤੁਹਾਨੂੰ ਸਰੀਰ ਨਾਲ ਲਾਇਆ ਗਿਆ। ਸਾਚੈ ਸੁਨਨੈ ਨੂੰ ਪਠਾਏ, ਸਰੀਰ ਲਾਏ, ਸੁਣੋ ਸਤ ਬਾਣੀ। ਤੁਸੀਂ ਸੱਚ ਬਾਣੀ ਜਿਹੜੀ ਹੈ ਨਾ, ਉਹਨੂੰ ਸੁਣਨ ਵਾਸਤੇ ਸੰਸਾਰ ਤੇ ਆਏ ਹੋ। ਤੁਸੀਂ ਹੋਰ ਕਿਸੇ ਤਰ੍ਹਾਂ ਦਾ ਮਾੜਾ ਸੰਗੀਤ, ਕਿਸੇ ਤਰ੍ਹਾਂ ਦੀਆਂ ਵਿਕਾਰੀ ਗੱਲਾਂ, ਕਿਸੇ ਤਰ੍ਹਾਂ ਦੀਆਂ ਕੋਈ ਨਿੰਦਾ ਚੁਗਲੀ ਦੀਆਂ ਗੱਲਾਂ ਸੁਣਨ ਵਾਸਤੇ ਸਰੀਰ ਨਾਲ ਤੁਹਾਨੂੰ ਨਹੀਂ ਲਾਇਆ ਗਿਆ। ਤੁਹਾਨੂੰ ਸਰੀਰ ਨਾਲ ਲਾ ਕੇ ਤਾਂ ਭੇਜਿਆ ਗਿਆ ਕਿ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣ ਸਕੋ। ਫਿਰ ਸਤਿਗੁਰੂ ਜੀ ਬਾਣੀ ਸੁਣੀਏ ਫਿਰ ਹੋਏਗਾ ਕੀ? ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਆ, ਜਿਤ ਸੁਣੀ ਮਨ ਤਨ ਹਰਿਆ ਹੋਆ। ਜਿਸ ਬਾਣੀ ਨੂੰ ਸੁਣਨ ਦੇ ਨਾਲ ਤੁਹਾਡਾ ਮਨ ਤਨ ਹਰਿਆ ਹੋ ਜਾਏਗਾ, ਮਨ ਤਨ ਦੇ ਵਿੱਚ ਆਨੰਦ ਆ ਜਾਏਗਾ। ਹਰਿਆ ਦਾ ਭਾਵ ਆਨੰਦ, ਰਸ ਆ ਜਾਏਗਾ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜਿਹੜੀ ਰਸਨਾ ਹੈ ਨਾ, ਇਹਦੇ ਉੱਤੇ ਵੀ ਰਸ ਆਉਣਾ ਸ਼ੁਰੂ ਹੋ ਜਾਏਗਾ। ਕਿਉਂਕਿ ਆਪਾਂ ਜਪਜੀ ਸਾਹਿਬ ਚ ਪੜ੍ਹਦੇ ਆ ਨਾ, ਸਭ ਤੋਂ ਪਹਿਲਾਂ ਸਤਿਗੁਰਾਂ ਨੇ ਸੁਣਨ ਦੀ ਗੱਲ ਕੀਤੀ ਹੈ, ਸੁਣਨ ਤੋਂ ਬਾਅਦ ਫਿਰ ਮੰਨੇ ਦੀ ਗੱਲ ਹੈ। ਸੁਣਨ ਦਾ ਬੜਾ ਵੱਡਾ ਫਲ ਹੈ। ਜਿਹੜਾ ਮਨੁੱਖ ਨਾਮ ਸੁਣਦਾ ਹੈ ਨਾ, ਜਿਹੜਾ ਬਾਣੀ ਸੁਣਦਾ ਹੈ, ਉਹ ਫਿਰ ਹੌਲੀ ਹੌਲੀ ਨਾਮ ਦੇ ਵਿੱਚ ਲੱਗ ਜਾਂਦਾ ਹੈ। ਪਰ ਜਿਹੜਾ ਸੁਣਦਾ ਨਹੀਂ ਹੈ, ਉਹ ਛੇਤੀ ਨਾਮ ਚ ਨਹੀਂ ਲੱਗਦਾ, ਉਹ ਫਿਰ ਵਿਕਾਰਾਂ ਵੱਲ ਮਨ ਧਾਉਂਦਾ ਹੈ। ਪਰ ਜਦੋਂ ਗੁਰਬਾਣੀ ਸੁਣਦੇ ਆ, ਵਿਚਾਰ ਸੁਣਦੇ ਆ, ਕੀਰਤਨ ਸੁਣਦੇ ਆ, ਫਿਰ ਮਨ ਟਿਕਦਾ ਹੈ, ਫਿਰ ਮਨ ਤਨ ਹਰਿਆ ਹੋ ਜਾਂਦਾ ਹੈ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨ। ਫਿਰ ਰਸਨਾ ਤੇ ਵੀ ਫਿਰ ਰਸ ਆਉਣ ਲੱਗ ਪੈਂਦਾ, ਭਰਪੂਰ ਹੋ ਜਾਂਦਾ, ਜੀਭ ਵੀ ਭਰ ਜਾਂਦੀ ਆਨੰਦ ਦੇ ਨਾਲ। ਫਿਰ ਮਨੁੱਖ ਦਾ ਜਪਣ ਨੂੰ ਜੀ ਕਰਦਾ ਜਦੋਂ ਸੁਣਦਾ, ਜਦੋਂ ਸਿਫਤ ਸਲਾਹ ਸੁਣਦਾ ਹੈ ਨਾ ਗੁਰੂ ਨਾਨਕ ਦੀ, ਜਦੋਂ ਸਿਫਤ ਸਲਾਹ ਸੁਣਦਾ ਹੈ ਬਾਣੀ ਦੀ, ਫਿਰ ਜੀ ਕਰਦਾ ਜਪਿਆ ਜਾਵੇ, ਫਿਰ ਜੀ ਕਰਦਾ ਸੁਖਨੀ ਸਾਹਿਬ ਦਾ ਪਾਠ ਕੀਤਾ ਜਾਵੇ, ਫਿਰ ਜੀ ਕਰਦਾ ਬਾਣੀ ਪੜ੍ਹੀ ਜਾਵੇ। ਫਿਰ ਰਸਨਾ ਵੀ ਜਿਹੜੀ ਆ ਉਹ ਰਸ ਸਮਾ ਜਾਂਦੀ। ਕਿਹੜੇ ਰਸ ਚ? ਪਰਮਾਤਮਾ ਦੇ ਨਾਮ ਦੇ ਰਸ ਚ। ਇਹ ਬਾਣੀ ਸੁਣਨ ਦੇ ਨਾਲ, ਸੁਣਨ ਦਾ ਇੰਨਾ ਵੱਡਾ ਫਲ ਹੈ। ਇਸ ਕਰਕੇ ਇਹਨਾਂ ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਸੁਣਨੀ ਚਾਹੀਦੀ ਆ, ਨਾ ਕਿ ਵਿਕਾਰੀ ਗੀਤ ਸੰਗੀਤ। ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ। ਸਤਿਗੁਰੂ ਕਹਿੰਦੇ ਆ, ਜਿਹੜਾ ਉਹ ਪਰਮਾਤਮਾ ਨਾ ਥਿਰ, ਉਹ ਅਚਰਜ ਰੂਪ ਹੈ। ਵਿਡਾਣੀ ਦਾ ਅਰਥ ਅਚਰਜ। ਸੱਚ ਅਲਖ ਵਿਡਾਣੀ,
ਉਹ ਜਿਹੜਾ ਪ੍ਰਮਾਤਮਾ ਹੈ, ਜਿਹੜਾ ਲਖਿਆ ਨਹੀਂ ਜਾ ਸਕਦਾ, ਉਹ ਸੱਚਾ ਹੈ, ਵਿਡਾਣੀ ਉਹ ਅਚਰਜ ਹੈ, ਤਾਂ ਕਿ ਗਤ ਕਹੀ ਨਾ ਜਾਏ। ਉਹਦੀ ਗਤ ਕਹੀ ਨਹੀਂ ਜਾ ਸਕਦੀ, ਉਸ ਅਕਾਲ ਪੁਰਖ ਦੀ, ਉਸ ਪ੍ਰਮਾਤਮਾ ਦੀ, ਤਾਂ ਕਿ ਗਤ ਕਹੀ ਨਾ ਜਾਏ। ਕਹਿ ਨਾਨਕ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ ਜਿਹੜਾ ਪ੍ਰਮਾਤਮਾ ਹੈ ਅਕਾਲ ਪੁਰਖ, ਅਲੱਖ ਤੋਂ ਭਾਵ ਜਿਹਦਾ ਕੋਈ ਚਿਹਨ, ਜਿਹਦਾ ਕੋਈ ਕਿਸੇ ਤਰ੍ਹਾਂ ਦਾ ਦੱਸਿਆ ਨਾ ਜਾ ਸਕੇ। ਅਲੱਖ ਤੋਂ ਭਾਵ ਕਿ ਉਹ ਕਿਵੇਂ ਦਾ ਹੈ। ਸੱਚ ਅਲੱਖ ਵਿਡਾਣੀ, ਤਾਂ ਕਿ ਗਤ ਮਿਤ ਕਹੀ ਨਾ ਜਾਏ। ਸਤਿਗੁਰੂ ਬਖਸ਼ਿਸ਼ ਕਰਦੇ ਆ, ਤੇਰੀ ਗਤ ਮਿਤ ਤੂੰ ਹੈ ਜਾਣੇ, ਕਿਆ ਕੋਈ ਆਖ ਵਖਾਣੇ। ਕੋਈ ਨਹੀਂ ਜਾਣ ਸਕਦਾ ਉਹਦੀ ਗਤ, ਉਸ ਪਰਮੇਸ਼ਰ ਦੀ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਕਹਿੰਦੇ ਕਿ ਪ੍ਰਮਾਤਮਾ ਤੇਰੀ ਗਤ ਮਿਤ ਤੂੰ ਹੀ ਜਾਣਦਾ ਹੈ, ਕੋਈ ਹੋਰ ਨਹੀਂ ਤੇਰੇ ਬਾਰੇ ਵਖਿਆਨ ਕਰ ਸਕਦਾ। ਇਸ ਕਰਕੇ ਸਤਿਗੁਰ ਕਹਿੰਦੇ ਸੱਚ ਅਲੱਖ ਵਿਡਾਣੀ। ਇਹ ਨਹੀਂ ਕਿ ਸੁਣਨਾ ਸ਼ੁਰੂ ਕਰ ਦਿੱਤਾ ਤੇ ਸੁਣਦੇ ਨਾਲ ਉਹਦੀ ਗਤ ਪ੍ਰਾਪਤ ਹੋ ਜਾਏਗੀ, ਨਹੀਂ। ਰਸ ਆਏਗਾ, ਮਨ ਤਨ ਹਰਿਆ ਹੋਏਗਾ, ਪਰ ਉਹਨੂੰ ਲਖਿਆ ਨਹੀਂ ਜਾ ਸਕਦਾ। ਇਸੇ ਕਰਕੇ ਸਤਿਗੁਰ ਕਹਿੰਦੇ ਉਹਦੀ ਗਤ ਮੇ ਤੂੰ ਆਪ ਹੀ ਜਾਣਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧ ਗੋਸ਼ਟ, ਤੇਰੀ ਗਤ ਮੇ ਤੂੰ ਹੈ ਜਾਣੇ, ਕਿਆ ਕੋਈ ਆਖ ਵਖਾਣੇ। ਕੋਈ ਹੋਰ ਨਹੀਂ ਤੇਰੇ ਬਾਰੇ ਆ ਕੇ ਕਹਿ ਸਕਦਾ। ਇਸ ਕਰਕੇ ਸੱਚ ਅਲੱਖ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਉਹਦੀ ਗਤ ਕਹੀ ਨਹੀਂ ਜਾ ਸਕਦੀ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੇ ਸੁਨਨੈ ਨੋ ਪਠਾਏ। ਇਹ ਮੇਰਿਓ ਕੰਨੋ, ਇਹ ਮੇਰਿਓ ਸਰਵਣੋ, ਤੁਹਾਨੂੰ ਕਿਉਂ ਲਾਇਆ ਨਾਲ ਸਰੀਰ ਦੇ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਜਿਹੜਾ ਨਾ ਉਹ ਸੁਣਨਾ ਹੈ। ਇਹ ਤਾਂ ਸਰੀਰ ਨਾਲ ਲਾਏ ਆ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਫਿਰ ਕੀ ਹੋਏਗਾ? ਪਵਿੱਤਰ ਹੋਵੋ। ਪਵਿੱਤਰ ਹੋ ਜਾਓਗੇ ਤੁਸੀਂ। ਵਿਕਾਰ ਦੀਆਂ ਗੱਲਾਂ, ਵਾਧੂ ਦੀਆਂ ਗੱਲਾਂ ਛੱਡ ਕੇ ਫੇਰ ਹੀ ਮਨੁੱਖ ਜਿਹੜਾ ਆ ਉਹ ਪਵਿੱਤਰ ਹੋ ਸਕਦਾ, ਜੇ ਉਹ ਪਰਮਾਤਮਾ ਦੀ ਅੰਮ੍ਰਿਤ ਰੂਪੀ ਬਾਣੀ, ਪਰਮਾਤਮਾ ਦੀ ਜਿਹੜੀ ਆ ਨਾ ਸਿਫਤ ਸਲਾਹ ਦੀ ਬਾਣੀ ਕੰਨਾਂ ਨਾਲ ਸੁਣੀ ਜਾਵੇ, ਤੇ ਕੰਨਾਂ ਨਾਲ ਸੁਣ ਕੇ ਫਿਰ ਰਸਨਾ ਦੇ ਨਾਲ ਜਿਹੜਾ ਹੈ ਗਾਇਨ ਕੀਤਾ ਜਾਵੇ। ਰਸਨਾ ਦੇ ਨਾਲ ਉਸ ਪਰਮਾਤਮਾ ਨੂੰ ਜਪਿਆ ਜਾਵੇ। ਸੁਣਨ ਦੇ ਨਾਲ ਹੀ ਜਪਿਆ ਜਾ ਸਕਦਾ, ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ ਹੈ, ਉਹਦੇ ਕੰਨ ਦੇ ਵਿੱਚ ਜਦੋਂ ਕੋਈ ਬੋਲ ਪੈਂਦਾ ਹੈ ਤੇ ਫੇਰ ਹੀ ਉਹ ਬੋਲਣਾ ਸਿੱਖਦਾ ਹੈ ਨਾ, ਹੋਰ ਕਿਸੇ ਤਰੀਕੇ ਨਾਲ ਨਹੀਂ ਸਿੱਖਦਾ। ਜਿਹੜੇ ਬੱਚੇ ਬਚਪਨ ਤੋਂ ਗੂੰਗੇ ਹੁੰਦੇ ਆ, ਬਚਪਨ ਤੋਂ ਬੋਲੇ ਵੀ ਹੋਣਗੇ, ਕਿਉਂਕਿ ਜਿੰਨਾ ਚਿਰ ਅਸੀਂ ਸੁਣਦੇ ਨਹੀਂ ਉਹਨਾਂ ਚਿਰ ਸਾਨੂੰ ਬੋਲਣਾ ਨਹੀਂ ਆਉਂਦਾ। ਇਸ ਕਰਕੇ ਜਿਹੜਾ ਮਨੁੱਖ ਸਿਫਤ ਸਲਾਹ ਦੀ ਬਾਣੀ ਸੁਣੇਗਾ ਪਰਮੇਸ਼ਰ ਦੀ, ਉਹੀ ਜਿਹੜਾ ਹੈ ਜੀਵ ਦੇ ਨਾਲ ਜਪੇਗਾ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ। ਅੰਮ੍ਰਿਤ ਨਾਮ ਕੀ ਹੈ? ਪਰਮੇਸ਼ਰ ਦਾ ਨਾਮ। ਅੰਮ੍ਰਿਤ ਨਾਮ ਕੀ ਹੈ? ਬਾਣੀ। ਅੰਮ੍ਰਿਤ ਨਾਮ ਕੀ ਹੈ? ਸਿਮਰਨ। ਉਸ ਪਰਮਾਤਮਾ ਦਾ ਸਿਮਰਨ, ਉਹਦਾ ਕੀਰਤਨ, ਉਹਦੀ ਕਥਾ, ਉਹਦੀ ਵਿਚਾਰ, ਉਹਦੀ ਬਾਣੀ ਸੁਣੋ, ਫਿਰ ਕੀ ਹੋਏਗਾ? ਪਵਿੱਤਰ ਹੋਵੋ। ਤੁਸੀਂ ਪਵਿੱਤਰ ਹੋ ਜਾਓਗੇ। ਸੱਚ ਸੁਣਨੇ ਨੂੰ ਪਠਾਏ। ਗੱਲ ਜਾਣ ਲਓ ਕਿ ਤੁਹਾਨੂੰ ਸਰੀਰ ਦੇ ਨਾਲ ਸੱਚ ਸੁਣਨ ਲਈ ਬਣਾਇਆ, ਸਰੀਰ ਦੇ ਨਾਲ ਤੁਹਾਨੂੰ ਸੱਚ ਸੁਣਨ ਵਾਸਤੇ ਪੈਦਾ ਕੀਤਾ ਹੈ। ਵਿਕਾਰ ਦੀਆਂ ਗੱਲਾਂ ਗੰਦਨ ਵੈਣ ਸੁਣੈ ਉਰਝਾਵੈ, ਨਾਮ ਲੈਤ ਅਲਕਾਇਆ। ਮਨੁੱਖ ਦੀ ਇਹ ਹਾਲਤ ਹੈ ਕਿ ਗੰਦੇ ਗਾਣੇ ਸੁਣ ਕੇ ਨਾ ਮਨ ਦੇ ਵਿੱਚ ਬੜਾ ਚਾਅ ਪੈਦਾ ਹੁੰਦਾ ਹੈ। ਗੰਦਨ ਵੈਣ ਸੁਣੈ ਅਲਕਾਵੈ, ਨਾਮ ਲੈਤ, ਜਿਹੜਾ ਜਦੋਂ ਨਾਮ ਸੁਣਨਾ ਹੁੰਦਾ ਹੈ ਉਦੋਂ ਬੰਦਾ ਆਲਸ ਕਰ ਜਾਂਦਾ ਹੈ। ਇਸ ਕਰਕੇ ਸਰੀਰ ਦੇ ਨਾਲ ਪ੍ਰਮਾਤਮਾ ਨੇ ਜਿਹੜੇ ਇਹ ਸਰਵਣ ਲਾਏ ਆ, ਇਹ ਜਿਹੜੇ ਕੰਨ ਲਾਏ ਆ, ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਸੁਣਨ ਵਾਸਤੇ ਲਾਏ ਆ। ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹਰ ਜੀਓ, ਤੇ ਹਰ ਜੀਓ ਦਾ ਅਰਥ ਇੱਥੇ ਆ ਜੀਵ, ਜਿਹੜਾ ਸਾਡੇ ਅੰਦਰ ਜੋਤ ਹੈ ਨਾ ਪ੍ਰਮਾਤਮਾ ਦੀ, ਪਰਮੇਸ਼ਰ ਦੀ, ਉਹਦੀ ਗੱਲ ਹੈ। ਜੀਓ ਤੋਂ ਭਾਵ ਸਾਡੀ ਜਿੰਦ, ਕਿਉਂਕਿ ਸਰੀਰ ਜਿਹੜਾ ਆ ਉਹ ਇੱਕ ਸਤਿਗੁਰੂ ਕਹਿੰਦੇ ਗੁਫਾ ਹੈ। ਵਾਹਿਗੁਰੂ, ਉਹ ਸਰੀਰ ਇੱਕ ਵਾਜਾ, ਜਿਵੇਂ ਹਵਾ ਦੇ ਨਾਲ ਵਾਜਾ ਵੱਜਦਾ ਹੈ ਨਾ, ਸਤਿਗੁਰੂ ਕਹਿੰਦੇ ਵਾਜੇ ਦੀ ਨਿਆਈ ਆ, ਜਦੋਂ ਇਹਦੇ ਵਿੱਚ ਹਵਾ ਜਾਂਦੀ ਹੈ ਤੇ ਵੱਜਦਾ ਹੈ। ਤੇ ਪਰਮੇਸ਼ਰ ਨੇ ਇਸ ਜੀਓ ਨੂੰ ਗੁਫਾ ਦੇ ਵਿੱਚ, ਸਰੀਰ ਦੇ ਵਿੱਚ ਰੱਖ ਕੇ ਨਾ, ਅੰਦਰ ਹਿਰਦੇ ਚ ਰੱਖ ਕੇ ਆਪਣੀ ਜੋਤ ਤੇ ਸਰੀਰ ਚ ਟਿਕਾ ਕੇ ਫਿਰ ਇਹ
ਜਿਹੜਾ ਹਵਾ ਰੂਪੀ ਵਾਜਾ ਵੱਜਣਾ ਸ਼ੁਰੂ ਹੋਇਆ। ਤੇ ਜਦੋਂ ਵਿੱਚੋਂ ਸਰੀਰ ਦੇ ਉਹ ਜਿੰਦ ਨਿਕਲ ਜਾਂਦੀ ਹੈ ਤੇ ਫਿਰ ਸਰੀਰ ਪਿਆ ਹੁੰਦਾ ਕਿਸੇ ਤਰ੍ਹਾਂ ਦਾ, ਭਾਵੇਂ ਮਿੱਟੀ ਹੈ ਉਹਦਾ, ਜੋ ਮਰਜ਼ੀ ਕਰ ਲਓ, ਕੋਈ ਫਾਇਦਾ ਨਹੀਂ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਹਰ ਜਿਉ ਗੁਫਾ ਅੰਦਰ ਰੱਖ ਕੇ, ਉਸ ਹਰੀ ਨੇ, ਪਰਮੇਸ਼ਰ ਨੇ ਜਿਹੜੀ ਜਿੰਦ ਹੈ ਇਸ ਗੁਫਾ ਦੇ ਅੰਦਰ ਰੱਖ ਕੇ ਇਹ ਜਿਹੜਾ ਸਰੀਰ ਹੈ ਸਾਡਾ, ਇਹਨੂੰ ਚਲਾਉਣਾ ਕੀਤਾ ਹੈ। ਵਾਜਾ ਪਵਨ ਵਜਾਇਆ, ਇਹੀ ਹੈ ਨਾ, ਸਵਾਸ ਅੰਦਰ ਜਾਂਦਾ ਤੇ ਬਾਹਰ ਆਉਂਦਾ, ਵਾਜਾ ਹੀ ਵੱਜ ਰਿਹਾ ਨਾ। ਜਦੋਂ ਸਵਾਸ ਅੰਦਰ ਜਾਂਦਾ ਤੇ ਬਾਹਰ ਆਉਂਦਾ ਤੇ ਗੱਲ ਕਰਦੇ ਆ, ਬੋਲਦੇ ਆ ਤੇ ਸਾਰੇ ਕਾਰ ਵਿਹਾਰ ਕਰਦੇ ਆ। ਇਹ ਹਵਾ ਦਾ ਵਾਜਾ ਵੱਜ ਰਿਹਾ, ਤੇ ਜਿਸ ਦਿਨ ਇਹ ਜਿੰਦ ਨਿਕਲ ਗਈ ਤੇ ਉਸ ਦਿਨ ਹਵਾ ਵੀ ਨਿਕਲ ਜਾਣੀ, ਸਾਰਾ ਕੁਝ ਖਤਮ, ਫਿਰ ਮਿੱਟੀ ਹੈ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਆ, ਜਿਹੜਾ ਹੈ ਨਾ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪੌਣ, ਉੱਪਰ ਪਵਨ ਹੈ, ਇੱਥੇ ਪੌਣ ਸ਼ਬਦ ਹੈ, ਇਹਦਾ ਫਰਕ ਧਿਆਨ 'ਚ ਰੱਖਣਾ। ਉੱਪਰ ਸ਼ਬਦ ਹੈ ਵਾਜਾ ਪਵਨ ਵਜਾਇਆ, ਤੇ ਹੁਣ ਹੈ ਵਜਾਇਆ ਵਾਜਾ ਪੌਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਉਸ ਪਰਮੇਸ਼ਰ ਨੇ, ਉਸ ਪ੍ਰਮਾਤਮਾ ਨੇ, ਉਸ ਹਰੀ ਨੇ ਮਨੁੱਖ ਦਾ ਇਹ ਸਰੀਰ ਸਾਜਿਆ, ਪੌਣ ਦਾ ਵਾਜਾ ਬਣਾਇਆ ਤੇ 9 ਦੁਆਰੇ ਪ੍ਰਗਟ ਕੀਤੇ। ਇਹਦੇ ਵਿੱਚ 9 ਦੁਆਰੇ ਕਿਹੜੇ ਆ? 9 ਜਿੱਥੋਂ 9 ਤਰ੍ਹਾਂ ਦੇ ਛੇਕ ਹਨ ਸਾਡੇ ਸਰੀਰ ਦੇ ਵਿੱਚ। ਪਹਿਲਾ ਹੈ ਮੂੰਹ, ਤੇ ਦੂਸਰਾ ਸਾਡੇ ਕੰਨ, 2 ਇਹ, 2 ਸਾਡੀਆਂ ਅੱਖਾਂ, 2 ਸਾਡੀਆਂ ਨਾਸਾਂ, 1 ਸਾਡੀ ਗੁਦਾ ਤੇ 1 ਜਨਨੇਂਦਰੀ। ਇਹ ਜਿਹੜੀ ਹੈ 9 ਸਾਡੇ ਜਿਹੜੇ ਆ ਨਾ ਦੁਆਰ ਪਰਮੇਸ਼ਰ ਨੇ ਸਰੀਰ ਦੇ ਵਿੱਚ ਬਣਾਏ ਆ। ਤੇ ਇਹ ਜਿਹੜਾ ਵਾਜਾ ਪਾਉਣ ਦਾ ਵੱਜ ਰਿਹਾ, ਇਹਨਾਂ 9 ਦੁਆਰਿਆਂ ਦੇ ਨਾਲ ਹੀ ਅਸੀਂ ਸਾਰੇ ਕਾਰ ਵਿਹਾਰ ਕਰਦੇ ਹਾਂ, ਤੇ ਇਹਨਾਂ ਦੇ ਨਾਲ ਹੀ ਅਸੀਂ ਚੱਲਦੇ ਫਿਰਦੇ ਹਾਂ, ਸਾਰੇ ਕਾਰ ਵਿਹਾਰ ਕਰਦੇ ਹਾਂ, ਸਾਰਾ ਕੁਝ ਇਹਨਾਂ ਦੇ ਨਾਲ ਹੀ ਕਰਦੇ ਹਾਂ। ਅੱਖਾਂ ਸਾਡੀਆਂ ਵੇਖਣ ਦਾ ਕਾਰਜ ਕਰਦੀਆਂ, ਜਿਹੜੇ ਕੰਨ ਸੁਣਨ ਦਾ ਕਾਰਜ ਕਰਦੇ ਆ, ਨਾਸਾਂ ਦੇ ਨਾਲ ਅਸੀਂ ਸਾਹ ਲੈਂਦੇ ਹਾਂ, ਮੂੰਹ ਦੇ ਨਾਲ ਬੋਲਦੇ ਹਾਂ, ਕੁਝ ਛਕਦੇ ਹਾਂ, ਫਿਰ ਉਸ ਤੋਂ ਬਾਅਦ ਗੁਦਾ ਦੇ ਨਾਲ ਅਸੀਂ ਜਿਹੜਾ ਗੰਦਗੀ ਬਾਹਰ ਕੱਢਦੇ ਹਾਂ। ਫਿਰ ਜਨਨੇਂਦਰੀ ਜਿਹੜੀ ਆ ਉਹ ਵੀ ਸਾਡਾ ਮਲ ਤਿਆਗ ਦਾ ਕਾਰਜ ਕਰਦੀ ਹੈ, ਤੇ ਨਾਲ ਅੱਗੇ ਵੰਸ਼ ਵਧਾਉਣ ਵਾਸਤੇ ਜਿਹੜਾ ਕਾਰਜ ਉਹ ਚੱਲਦਾ, ਸੰਭੋਗ ਦੀ ਕਿਰਿਆ। ਸੋ ਇਹ ਜਿਹੜਾ ਹੈ ਨਾ 9 ਦੁਆਰੇ ਉਸ ਪਰਮੇਸ਼ਰ ਨੇ ਜਿਹੜੇ ਪ੍ਰਗਟ ਕੀਤੇ ਆ, ਸਾਹਮਣੇ ਰੱਖੇ ਆ, ਜੋ ਦਿਖਦੇ ਪਏ ਆ। ਫਿਰ 10ਵਾਂ ਗੁਪਤ ਰਖਾਇਆ। 10ਵਾਂ ਕੀ ਹੈ? 10ਵਾਂ ਦੁਆਰ ਜੋ ਮੰਨਿਆ ਜਾਂਦਾ ਹੈ ਦਿਮਾਗ ਦੇ ਉੱਪਰ ਹੈ। 10ਵਾਂ ਦੁਆਰ ਹਰੀ ਕਾ ਵਾਸਾ। ਉਸ 10ਵਾਂ ਦੁਆਰ ਜਿਹੜਾ ਹੈ ਨਾ ਪਰਮੇਸ਼ਰ ਨੇ, ਪਰਮਾਤਮਾ ਨੇ ਉਹ ਰੱਖਿਆ ਹੈ ਸਾਡੇ ਦਿਮਾਗ ਦੇ ਵਿੱਚ ਉੱਪਰ। ਇਹ ਜਿਹੜਾ ਨਾ ਇੱਥੇ ਉਸ ਪਰਮਾਤਮਾ ਦੀ ਸੋਝੀ ਹੁੰਦੀ ਹੈ, ਉਸ ਅਕਾਲ ਪੁਰਖ ਦੀ ਸੋਝੀ ਹੁੰਦੀ ਹੈ। ਇੱਥੇ ਜਿਹੜਾ 10ਵਾਂ ਦੁਆਰ ਹੈ, 9 ਤੇ ਪ੍ਰਗਟ ਹਨ ਜਿਨ੍ਹਾਂ ਦੇ ਨਾਲ ਅਸੀਂ ਸੰਸਾਰੀ ਕਿਰਿਆ ਕਰਦੇ ਹਾਂ, ਪਰ ਜਿਹੜਾ 10ਵਾਂ ਦੁਆਰ ਹੈ ਨਾ, 10ਵਾਂ ਦੁਆਰ ਆ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਇਹ ਪਰਮ ਪੁਰਖ ਦੀ ਘਾਟੀ ਹੈ 10ਵਾਂ ਦੁਆਰ, ਜਿੱਥੋਂ ਸਾਨੂੰ ਪਰਮੇਸ਼ਰ ਦੀ ਲਖਿਆਤਾ ਆਉਂਦੀ ਹੈ, ਜਿੱਥੋਂ ਤੁਹਾਨੂੰ ਪਰਮੇਸ਼ਰ ਬਾਰੇ ਪਤਾ ਲੱਗਦਾ ਹੈ। ਉੱਪਰ ਹਾਟ, ਹਾਟ ਪਰ ਆਲਾ, ਆਲੇ ਭੀਤਰ ਥਾਤੀ। ਇਹ ਪ੍ਰਮਾਤਮਾ ਦੀ, ਇਹ ਪਰਮੇਸ਼ਰ ਦਾ ਜਿਹੜਾ ਨਾ ਉੱਪਰ ਆਲਾ ਬਣਾਇਆ ਹੋਇਆ, ਜਿਹਦੇ ਵਿੱਚ ਪਰਮੇਸ਼ਰ ਦੀ ਜੋਤ ਟਿਕੀ ਹੋਈ ਆ। 10ਵਾਂ ਦੁਆਰ ਆ ਜਿੱਥੇ ਪਰਮੇਸ਼ਰ ਬਾਰੇ ਪਤਾ ਲੱਗਦਾ ਹੈ। 9 ਜਿਹੜੇ ਆ ਸਾਡੇ ਦੁਆਰੇ, ਇਹਨਾਂ ਦੇ ਨਾਲ ਅਸੀਂ ਸੰਸਾਰ ਦੇ ਕਾਰ ਵਿਹਾਰ ਕਰਦੇ, ਪਰ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਉਹਨੇ 10ਵਾਂ ਦੁਆਰ ਬਣਾਇਆ, ਪਰ ਗੁਪਤ ਰੱਖਿਆ ਹੈ। ਕਾਲ ਪੁਰਖ ਨੇ ਪ੍ਰਗਟ ਨਹੀਂ ਕੀਤਾ। 9 ਤੇ ਸਾਹਮਣੇ ਦਿਖ ਰਹੇ ਹਨ, ਪਰ 10ਵਾਂ ਦੁਆਰ ਗੁਪਤ ਹੈ। 10ਵੇਂ ਦੁਆਰ ਦੀ ਪ੍ਰਾਪਤੀ ਜਿਹੜੀ ਉਹ ਗੁਰੂ ਦੁਆਰਾ ਹੁੰਦੀ ਆ। ਸਤਿਗੁਰ ਕਹਿੰਦੇ ਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। 9 ਦੁਆਰੇ ਤੇ ਪ੍ਰਗਟ ਆ, ਦਿਖ ਰਹੇ ਸਭ ਨੂੰ, ਸਾਰੇ ਦੇਖਦੇ, ਸਾਰੇ 9 ਦੁਆਰੇ ਹਨ, ਪਰ ਜਿਹੜਾ 10ਵਾਂ ਦੁਆਰ ਹੈ ਨਾ, ਉਹ ਗੁਰਦੁਆਰੇ ਲਾਏ ਭਾਵਨੀ। ਉਹ ਗੁਰੂ ਦੇ ਦੁਆਰੇ ਤੋਂ ਜਾ ਕੇ ਜੇ ਭਾਵਨਾ ਦੇ ਨਾਲ ਸਿਮਰਨ ਕੀਤਾ ਜਾਵੇ, ਭਾਵਨਾ ਦੇ ਨਾਲ ਸ਼ਰਧਾ ਬਣਾਈ ਜਾਵੇ, ਗੁਰੂ ਦੁਆਰੇ ਭਾਵ ਗੁਰੂ ਦੇ ਉੱਤੇ ਸ਼ਰਧਾ ਟਿਕਾਈ ਜਾਵੇ, ਇੱਕ ਨਾ 10ਵਾਂ ਦੁਆਰ ਦਿਖਾਇਆ। ਫਿਰ ਉਹਨਾਂ ਨੂੰ 10ਵਾਂ ਦੁਆਰ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ 10ਵਾਂ ਦੁਆਰ ਦਿਖਦਾ ਹੈ। ਜਿਹੜੇ ਮਨੁੱਖ ਗੁਰਦੁਆਰੇ ਲਾਏ ਭਾਵਨੀ ਤੋਂ ਭਾਵ ਜਿਹੜੇ ਸੰਗਤ ਚ ਆਉਂਦੇ ਆ, ਜਿਹੜੇ ਸੰਗਤ ਕਰਦੇ ਆ, ਜਿਹੜੇ ਗੁਰੂ ਕੋਲ ਆਉਂਦੇ ਆ, ਜਿਹੜੇ ਗੁਰੂ ਨੂੰ ਨਮਸਕਾਰ ਕਰਦੇ ਆ, ਜਿਹੜੇ ਗੁਰੂ ਦੇ ਉੱਤੇ ਸ਼ਰਧਾ ਰੱਖਦੇ ਆ, ਉਹਨਾਂ ਨੂੰ 10ਵੇਂ ਦੁਆਰ ਦੀ ਪ੍ਰਾਪਤੀ ਹੁੰਦੀ ਹੈ।
ਉਹਦਾ 9 ਦਵਾਰ ਤੇ ਸਾਰਿਆਂ ਕੋਲ ਹਨ, 10ਵਾਂ ਉਹਨੂੰ ਪ੍ਰਾਪਤ ਹੁੰਦਾ ਹੈ ਤੇ ਗੁਪਤ, ਪ੍ਰਗਟ ਉਹਦੇ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਤੇ ਸ਼ਰਧਾ ਰੱਖਦਾ ਹੈ, ਜਿਹੜਾ ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦਵਾਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ। ਹੁਣ ਇੱਥੇ ਹੈ ਕਿ 10ਵੇਂ ਦਵਾਰ ਦੇ ਵਿੱਚ ਉੱਥੇ ਅਨੇਕ ਰੂਪ ਨਾਉ ਨਵ ਨਿਧ, ਨਵ ਨਿਧ 9 ਨਿਧੀਆਂ ਹਨ, ਅਨੇਕਾਂ ਰੂਪ ਹਨ ਉਸ ਜਗ੍ਹਾ ਤੇ, ਅਨੇਕਾਂ ਖਜ਼ਾਨੇ ਹਨ, ਜਿਹਦੀ ਗੱਲ ਸਤਿਗੁਰਾਂ ਨੇ ਕਿਹਾ ਕਿ ਸੱਚਖੰਡ ਵਸੈ ਨਿਰੰਕਾਰ। ਗੁਰੂ ਨਾਨਕ ਸਾਹਿਬ ਨੇ ਇਹ ਉਹ ਜਗ੍ਹਾ ਹੈ ਜਿੱਥੋਂ ਮਨੁੱਖ ਨੂੰ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੀ, ਉਹ ਜਿੱਥੇ ਨਿਰੰਕਾਰ ਰੂਪ ਹੈ, ਜਿੱਥੇ ਅਨੇਕਾਂ ਰੂਪ ਰਾਵ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਨਾ, ਜਿੱਥੇ ਤਰ੍ਹਾਂ ਤਰ੍ਹਾਂ ਦੇ ਰੂਪ, ਵੱਖ ਵੱਖ ਤਰ੍ਹਾਂ ਦੇ ਜਿਹੜੇ ਹੈ ਅਨੇਕਾਂ ਰੂਪ, ਅਨੇਕਾਂ ਖਜ਼ਾਨੇ ਜਿੱਥੋਂ ਪ੍ਰਾਪਤ ਹੁੰਦੇ ਆ, ਇਹ ਉਹ ਹੈ 10ਵਾਂ ਦਵਾਰ। ਤਹ ਅਨੇਕ ਰੂਪ, ਅਨੇਕਾਂ ਹੀ ਰੂਪ ਹਨ, ਅਨੇਕਾਂ ਹੀ ਨਾਉ ਹਨ, ਨਵ ਨਿਧੀਆਂ 9 ਨਿਧੀਆਂ ਉਸ ਜਗ੍ਹਾ ਦੇ ਉੱਤੇ ਹਨ, ਇਸ ਦਾ ਅੰਤ ਨਾ ਜਾਈ ਪਾਇਆ। ਗੁਰੂ ਅਮਰਦਾਸ ਜੀ ਨੇ ਵੀ ਇੱਥੇ ਕਹਿ ਦਿੱਤਾ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ 10ਵੇਂ ਦਵਾਰੇ ਦੇ ਬਾਰੇ ਤੁਹਾਨੂੰ ਕੀ ਦੱਸਾਂ, ਸਤਿਗੁਰੂ ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਤੇ ਜਿਹੜਾ ਮਨੁੱਖ 10ਵਾਂ ਦਵਾਰ ਤੱਕ ਪਹੁੰਚਦਾ ਹੈ ਉਹਨੂੰ ਹੀ ਪਤਾ ਲੱਗਦਾ ਕਿ ਉੱਥੇ ਕੀ ਕੁਛ ਹੈ, ਉੱਥੇ ਕੀ ਪ੍ਰਾਪਤੀਆਂ ਹਨ, ਉੱਥੇ ਮਨੁੱਖ ਕਿਵੇਂ ਜੁੜਦਾ ਹੈ, ਕਿਵੇਂ ਉਹਦੀ ਸੁਰਤ ਟਿਕਦੀ ਹੈ, ਇਹ ਉਸੇ ਨੂੰ ਪਤਾ ਲੱਗਦਾ ਜਿਹੜਾ 10ਵੇਂ ਦਵਾਰ 'ਚ ਪਹੁੰਚਦਾ ਹੈ। ਇਸ ਦਾ ਅੰਤ ਨਾ ਜਾਈ ਪਾਇਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਸਤਿਗੁਰਾਂ ਨੇ ਗੱਲ ਕਹੀ ਹੈ। ਤਹ ਅਨੇਕ ਰੂਪ ਨਾਉ ਨਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਸਤਿਗੁਰੂ ਕਹਿੰਦੇ ਆ ਉਸ ਹਰੀ ਨੇ, ਪਿਆਰੇ ਨੇ, ਉਸ ਵਾਹਿਗੁਰੂ ਨੇ ਇਸ ਜਿੰਦ ਨੂੰ ਇਸ ਗੁਫਾ ਸਰੀਰ ਦੇ ਵਿੱਚ ਰੱਖ ਕੇ ਵਾਜਾ ਪਾਉਣ ਵਜਾਇਆ। ਇਹ ਜਿਹੜਾ ਹੈ ਨਾ ਸਵਾਸਾਂ ਰੂਪੀ ਵਾਜਾ, ਇਹ ਵੱਜ ਰਿਹਾ ਹੈ। ਇਸ ਕਰਕੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਪ੍ਰਾਪਤੀ ਜਿਹੜੀ ਹੈ ਨਾ ਉਹ ਇਸੇ ਸਰੀਰ 'ਚ ਹੈ, ਮਨੁੱਖਾ ਸਰੀਰ 'ਚ, ਕਿਉਂਕਿ ਇਹਦੇ ਵਿੱਚ ਹੀ 9 ਦਵਾਰੇ ਤੇ 10ਵਾਂ ਵੀ ਇਹਦੇ ਵਿੱਚ ਹੈ, ਤੇ 10ਵਾਂ ਇਹਦੇ ਵਿੱਚ ਹੈ ਤੇ ਫਿਰ ਉਹ ਪ੍ਰਗਟ ਵੀ ਹੋਵੇਗਾ। ਪ੍ਰਗਟ ਕਿੱਥੋਂ ਹੋਵੇਗਾ? ਗੁਰੂ ਦੁਆਰਾ। ਤੇ ਜਦੋਂ ਗੁਰੂ ਤੋਂ ਪ੍ਰਗਟ ਹੋਇਆ ਤੇ ਫਿਰ ਹੀ ਪ੍ਰਾਪਤੀ ਹੈ, ਫੇਰ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ, ਫੇਰ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ। ਇਸ ਸਰੀਰ ਦੇ ਵਿੱਚ ਹੀ ਪ੍ਰਾਪਤੀ, ਹੋਰ ਕਿਸੇ ਤਰ੍ਹਾਂ ਕਿਸੇ ਸਰੀਰ 'ਚ ਪ੍ਰਾਪਤੀ ਨਹੀਂ ਹੈ। ਇਸ ਕਰਕੇ ਇਹ ਜਿਹੜਾ ਪਾਉਣ ਦਾ ਵਾਜਾ ਵੱਜ ਰਿਹਾ ਨਾ, ਇਹਨੂੰ ਸਾਂਭ ਲਈਏ, ਇਹਦੇ ਨਾਲ ਉਹਨੂੰ ਪਰਮੇਸ਼ਰ ਨੂੰ ਯਾਦ ਕਰ ਲਈਏ, ਸਵਾਸ ਸਵਾਸ ਦੇ ਨਾਲ ਉਹਨੂੰ ਸਿਮਰਨ ਕਰ ਲਈਏ, ਤਾਂ ਕਿ ਸਾਨੂੰ ਵੀ ਉਸ ਪ੍ਰਮਾਤਮਾ ਦੀ ਲੱਕਿਅਤਾ ਆ ਜੇ ਤੇ ਸਾਨੂੰ ਵੀ ਗੁਰੂ ਦੁਆਰੇ ਜਾ ਕੇ ਪਤਾ ਲੱਗ ਜਾਵੇ ਕਿ 10ਵਾਂ ਦਵਾਰ ਵੀ ਕੋਈ ਹੈ ਜਿੱਥੋਂ ਤੱਕ ਅਸੀਂ ਪਹੁੰਚਣਾ ਹੈ ਤੇ ਜਿੱਥੇ ਜਾ ਕੇ ਸਾਨੂੰ ਪ੍ਰਾਪਤੀ ਹੋਣੀ। ਤੋ ਸਤਿਗੁਰੂ ਬਖਸ਼ਿਸ਼ ਕਰਦੇ ਆ, ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ। 69ਵੀਂ ਪੌੜੀ ਹੈ। ਸਤਿਗੁਰੂ ਕਹਿੰਦੇ ਕਿ ਆਨੰਦ ਦੀ ਪ੍ਰਾਪਤੀ ਵਾਸਤੇ ਹੁਣ ਹੋਰ ਇੱਕ ਕਾਰਜ ਜਿਹੜਾ ਹੈ ਅਖੀਰ ਤੇ ਸਤਿਗੁਰਾਂ ਨੇ ਦੱਸਿਆ ਹੈ ਕਿ ਉਹ ਸਭ ਤੋਂ ਵੱਡਾ ਕਾਰਜ ਹੈ ਸੱਚਾ ਸੋਹਿਲਾ, ਉਸ ਪਰਮੇਸ਼ਰ ਦੇ ਖੁਸ਼ੀ ਦੇ ਗੀਤ, ਉਹਦੀ ਆਤਮਿਕ ਆਨੰਦ ਦੀ ਖੁਸ਼ੀ ਦੇ ਗੀਤ ਗਾ, ਉਹਨੂੰ ਯਾਦ ਕਰ, ਉਹਨੂੰ ਸਿਮਰ। ਇਹੋ ਸਾਚਾ ਸੋਹਿਲਾ, ਸੋਹਿਲਾ ਦਾ ਅਰਥ ਆਪਾਂ ਕੀਤਾ ਸੀ ਖੁਸ਼ੀ ਦੇ ਗੀਤ, ਪਰਮੇਸ਼ਰ ਦੇ ਖੁਸ਼ੀ ਦੇ ਗੀਤ ਗਾ, ਉਹਦੀ ਸਿਫਤ ਸਲਾਹ ਦੀ ਬਾਣੀ ਗਾ। ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ। ਤੇ ਘਰ ਕਿਹੜਾ ਹੈ? ਸਾਧ ਸੰਗਤ ਰੂਪੀ ਘਰ। ਸਾਧ ਸੰਗਤ ਰੂਪੀ ਘਰ 'ਚ ਆ ਕੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਦੇ ਜਿਹੜੇ ਆ ਨਾ ਗੀਤ, ਉਹ ਗਾ, ਉਹਦੀ ਬਾਣੀ ਪੜ੍ਹ, ਉਹਦਾ ਸਿਮਰਨ ਕਰ, ਤਾਂ ਕਿ ਤੈਨੂੰ ਆਨੰਦ ਪ੍ਰਾਪਤ ਹੋ ਜਾਵੇ। ਗਾਵਹੁ ਤਾ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵਹਿ। ਸਤਿਗੁਰੂ ਕਹਿੰਦੇ ਸੋਹਿਲੇ ਦੇ ਇਹ ਵਡਿਆਈ ਦੇ ਗੀਤ ਕਿੱਥੇ ਗਾ? ਸੱਚੇ ਘਰ ਦੇ ਵਿੱਚ, ਸਤ ਸੰਗਤ ਦੇ ਵਿੱਚ ਗਾ। ਕਿਉਂ? ਕਿਉਂਕਿ ਉੱਥੇ ਜਿੱਥੇ ਸਦਾ ਸੱਚ ਧਿਆਵੇ, ਕਿਉਂਕਿ ਉੱਥੇ ਸਦਾ ਸੱਚ ਦੀ ਸਿਫਤ ਸਲਾਹ ਹੁੰਦੀ ਹੈ। ਜਦੋਂ ਸਤ ਸੰਗਤ 'ਚ ਜਾਵਾਂਗੇ ਉੱਥੇ ਤੇ ਗੱਲ ਹੀ ਸਿਰਫ ਪਰਮੇਸ਼ਰ ਦੀ ਹੋਣੀ ਹੈ ਨਾ, ਉੱਥੇ ਤੇ ਹੋਰ ਕੋਈ ਗੱਲ ਹੀ ਨਹੀਂ ਹੋਣੀ। ਜਿੱਥੇ ਸਦਾ ਸੱਚ ਧਿਆਵੇ, ਜਿੱਥੇ ਸਦਾ ਹੀ ਸੱਚ ਹੀ ਚੱਲਦਾ ਹੈ, ਕਿਤੇ ਕੀਰਤਨ ਉਸ ਪਰਮੇਸ਼ਰ ਸੱਚੇ ਦਾ ਹੋਣ ਲੱਗ ਪੈਂਦਾ ਹੈ, ਤੇ ਕਿਤੇ ਕਥਾ ਉਹਦੀ ਪਰਮੇਸ਼ਰ ਦੀ ਹੋਣ ਲੱਗ ਪੈਂਦੀ ਹੈ, ਉੱਥੇ ਸਿਫਤ ਸਲਾਹ ਦੀ ਸੱਚੀ ਬਾਣੀ ਚੱਲਦੀ ਹੈ, ਉੱਥੇ ਕੋਈ ਝੂਠ ਥੋੜੀ ਚੱਲਦਾ ਹੈ। ਇਸ ਕਰਕੇ ਉਸ ਜਗ੍ਹਾ ਤੇ ਜਾ, ਉੱਥੇ ਜਾ ਕੇ ਪਰਮੇਸ਼ਰ ਦੇ ਸੋਹਲੇ ਗਾ, ਜੇ ਤੂੰ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ। ਸੱਚੋ ਧਿਆਵਹਿ ਜਾਂ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਸਤਿਗੁਰੂ ਕਹਿੰਦੇ ਆ ਸੱਚੋ ਧਿਆਵਹਿ ਜਾਂ ਤੁਧ ਭਾਵਹਿ। ਸਤਿਗੁਰੂ ਕਹਿੰਦੇ ਸੱਚ ਧਿਆ ਵੀ ਉਹੀ ਸਕਦਾ ਹੈ ਜਿਹੜੇ ਉਸ ਪਰਮੇਸ਼ਰ ਨੂੰ ਭਾ ਜਾਂਦੇ ਆ।
ਸੱਚੋ ਧਿਆਵੈ ਜਾ ਤੁਧ ਭਾਵੈ। ਤੁਧ ਤੋਂ ਭਾਵ ਪਰਮੇਸ਼ਰ ਅਕਾਲ ਪੁਰਖ, ਜਿਹੜੇ ਉਹਨੂੰ ਪਾਉਂਦੇ ਹਨ, ਜਿਹੜੇ ਪਰਮੇਸ਼ਰ ਜੀ ਪ੍ਰਮਾਤਮਾ ਜੀ ਤੁਹਾਨੂੰ ਪਾਉਂਦੇ ਹਨ, ਜਿਹੜੇ ਤੁਹਾਨੂੰ ਚੰਗੇ ਲੱਗਦੇ ਹਨ, ਉਹੀ ਸੱਚ ਧਿਆ ਸਕਦੇ ਆ। ਉਹੀ ਤੇਰੇ ਸੋਹਲੇ ਦੇ ਗੀਤ ਗਾ ਸਕਦੇ, ਜਣਾ ਖਣਾ ਨਹੀਂ ਗਾ ਸਕਦਾ। ਗੁਰਮੁਖ ਜਿੰਨਾ ਬੁਝਾਵੇ, ਜਿਹੜੇ ਗੁਰਮੁਖ ਹੁੰਦੇ ਆ ਉਹਨਾਂ ਨੂੰ ਆਪ ਜੀ ਸੋਝੀ ਦਿੰਦੇ ਹੋ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੀ ਬਖਸ਼ਿਸ਼ਾਂ ਹਨ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਗੀਤ ਗਾਉਣ ਵਾਸਤੇ, ਅਸੀਂ ਪਰਮੇਸ਼ਰ ਦੇ ਸੋਹਲੇ ਗਾਉਣ ਵਾਸਤੇ ਸੰਸਾਰ ਤੇ ਆਏ ਆ। ਉਹ ਫਿਰ ਗੁਰਮੁਖ ਜਨ ਹੋ ਜਾਂਦੇ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਨੂੰ ਹੋ ਜਾਂਦਾ ਹੈ। ਉਹ ਫਿਰ ਗੁਰੂ ਉਹਨਾਂ ਨੂੰ ਬੁਝਾ ਦਿੰਦਾ ਹੈ, ਉਹਨਾਂ ਨੂੰ ਦੱਸ ਦਿੰਦਾ ਕਿ ਭਾਈ ਤੁਸੀਂ ਉਸਦੇ ਸੋਹਲੇ ਗਾਉਣ ਆਏ ਹੋ, ਉਹਨੂੰ ਯਾਦ ਕਰਨ ਆਏ ਹੋ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹਿ, ਇਹ ਸੱਚ ਸਭਨਾ ਕਾ ਖਸਮ ਹੈ। ਸਤਿਗੁਰ ਕਹਿੰਦੇ ਜਿਹੜਾ ਸੱਚ ਆ ਨਾ, ਇਹ ਜਿਹੜਾ ਪਰਮੇਸ਼ਰ ਹੈ ਸੱਚਾ, ਜਿਹੜਾ ਸਦਾ ਸਥਿਰ ਰਹਿਣ ਵਾਲਾ, ਇਹ ਸਾਰਿਆਂ ਦਾ ਖਸਮ ਹੈ। ਉਹ ਪ੍ਰਭੂ ਸਾਰਿਆਂ ਦਾ ਖਸਮ ਹੈ ਸਾਡਾ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਜਿਹਦੇ ਉੱਤੇ ਬਖਸ਼ਿਸ਼ ਕਰਦਾ ਹੈ ਨਾ, ਉਹੀ ਉਹਦੇ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਉਹੀ ਪਾਉਂਦਾ ਹੈ ਉਹਨੂੰ ਪਰਮੇਸ਼ਰ ਨੂੰ, ਉਸੇ ਖਸਮ ਨੂੰ ਉਹੀ ਪ੍ਰਾਪਤ ਕਰ ਸਕਦਾ ਹੈ ਜਿਹੜਾ ਸੱਚ ਨੂੰ ਧਿਆਉਂਦਾ ਹੈ। ਇਹ ਸੱਚ ਸਭਨਾ ਕਾ ਖਸਮ ਹੈ, ਇਹ ਖਸਮ ਹੈ ਸਾਰਿਆਂ ਦਾ ਪਰਮੇਸ਼ਰ ਸਾਡਾ। ਸੱਚ ਤੋਂ ਭਾਵ ਹੈ ਪਰਮੇਸ਼ਰ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ, ਜਿਹਨੂੰ ਬਖਸ਼ਿਸ਼ ਕਰਦਾ ਹੈ, ਜਿਸ ਬਖਸ਼ੇ ਸੋ ਜਨ ਭਾਵਹਿ, ਉਹੀ ਜਨ ਬਣ ਕੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ। ਕਹੈ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵੇ। ਸਤਿਗੁਰ ਕਹਿੰਦੇ ਸੱਚਾ ਸੋਹਿਲਾ ਹੈ, ਤੇ ਇਹਨੂੰ ਗਾਓ ਕਿੱਥੇ? ਸਾਧ ਸੰਗਤ 'ਚ ਬੈਠ ਕੇ ਉਹਦੀ ਸਿਫਤ ਸਲਾਹ ਦੇ ਗੀਤ ਗਾ, ਤਾਂ ਕਿ ਤੈਨੂੰ ਜਿਹੜਾ ਹੈ ਉਹ ਆਨੰਦ ਪ੍ਰਾਪਤ ਹੋ ਜਾਵੇ, ਤੂੰ ਸਦੀਵੀ ਆਨੰਦ ਪ੍ਰਾਪਤ ਕਰ ਲਵੇਂ। ਇਸ ਕਰਕੇ ਉਹਦੇ ਸੱਚੇ ਦੇ ਗੁਣ ਗਾਉਣੇ ਕਰ। ਵਾਹਿਗੁਰੂ। ਆਖਰੀ ਪੌੜੀ ਹੈ ਵਾਹਿਗੁਰੂ ਜੀ 40ਵੀਂ ਪੌੜੀ, ਆਨੰਦ ਸਾਹਿਬ ਦੀ ਆਪਾਂ ਅੱਜ ਸਮਾਪਤੀ ਕਰ ਦੇਣੀ ਹੈ। ਇਹ 40ਵੀਂ ਪੌੜੀ ਹੈ। ਇਹਦੇ ਬਾਰੇ ਜਿਹੜਾ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਜਿਹੜੀ 40ਵੀਂ ਪੌੜੀ ਹੈ, ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ, ਕਿ ਉਹਨਾਂ ਨੇ ਆਨੰਦ ਸਾਹਿਬ ਦੀ ਜਿਹੜੀ ਸਮੁੱਚੀ ਬਾਣੀ ਹੈ ਉਹਦਾ ਭਾਵ ਇਸ ਦੇ ਵਿੱਚ ਅੰਕਿਤ ਕੀਤਾ ਹੈ। ਤੇ ਆਪਾਂ ਇਹਦੇ ਵੀ ਅਰਥ ਕਰਨੇ ਆ। ਸਤਿਗੁਰੂ ਬਖਸ਼ਿਸ਼ ਕਰਦੇ, ਅਨੰਦ ਸੁਣੋ ਵੱਡ ਭਾਗੀ ਹੋ। ਸਤਿਗੁਰ ਕਹਿੰਦੇ ਵੱਡਿਆਂ ਭਾਗਾਂ ਵਾਲਿਓ ਆਨੰਦ ਸਾਹਿਬ ਦੀ ਬਾਣੀ ਸੁਣੋ। ਅਨੰਦ ਸੁਣੋ ਵੱਡ ਭਾਗੀ ਹੋ। ਅਨੰਦ ਪੜ੍ਹਨਾ, ਇੱਥੇ ਆਨੰਦ ਸ਼ਬਦ ਨਹੀਂ ਹੈ। ਅਨੰਦ ਸ਼ਬਦ ਵਰਤਿਆ ਗਿਆ ਤਾਂ ਕਿ ਉਸ ਪਰਮ ਆਨੰਦ ਦੇ ਵਿੱਚ ਤੇ ਇਸ ਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਥੋੜਾ ਜਿਹਾ ਅੰਤਰ ਰੱਖਿਆ ਕਿ ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਤੁਹਾਡੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਜਿੰਨੇ ਵੀ ਤੁਹਾਡੇ ਕੋਲ ਤੁਹਾਡੇ ਮਨੋਰਥ ਹਨ, ਸੰਸਾਰੀ ਮਨੋਰਥ, ਅਧਿਆਤਮਿਕ ਮਨੋਰਥ, ਜਿੰਨੇ ਵੀ ਮਨੋਰਥ ਹਨ ਤੁਹਾਡੇ, ਉਹ ਤੁਹਾਡੇ ਪੂਰੇ ਹੋ ਜਾਣਗੇ। ਕਰੋ ਕੀ? ਆਨੰਦ ਸੁਣੋ, ਆਨੰਦ ਸੁਣੋ। ਇਸ ਆਨੰਦ ਸਾਹਿਬ ਦੀ ਬਾਣੀ ਨੂੰ ਸੁਣੋ। ਵੱਡਿਆਂ ਭਾਗਾਂ ਵਾਲਿਓ, ਤੁਹਾਡੇ ਵੱਡੇ ਭਾਗ ਹੈ ਕਿ ਤੁਹਾਨੂੰ ਆਨੰਦ ਸਾਹਿਬ ਦੀ ਬਾਣੀ ਸੁਣਨ ਦਾ ਭਾਗ ਪ੍ਰਾਪਤ ਹੋਇਆ। ਇਸ ਕਰਕੇ ਇਹਨੂੰ ਸੁਣੋ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਤੇ ਸਾਰੇ ਵਸੂਰੇ, ਸਾਰੇ ਸੋਗ ਸੰਤਾਪ ਚਿੰਤਾ ਝੋਰੇ ਜਿਹੜੇ ਆ ਨਾ, ਉਹ ਖਤਮ ਹੋ ਜਾਂਦੇ ਆ। ਸਾਰੇ ਕਲੇਸ਼ ਖਤਮ ਹੋ ਜਾਂਦੇ ਆ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਵਸੂਰੇ ਦਾ ਅਰਥ ਹੁੰਦਾ ਚਿੰਤਾ, ਝੋਰੇ, ਕਲੇਸ਼। ਇਹ ਸਾਰੇ ਝੋਰੇ ਤੁਹਾਡੇ ਮਨ ਤੋਂ ਲਹਿ ਜਾਣਗੇ ਜਦੋਂ ਪਰਮੇਸ਼ਰ ਪਾਰ ਬ੍ਰਹਮ ਪਾਇਆ। ਤੇ ਪਵੇਗਾ ਕਿਵੇਂ? ਆਨੰਦ ਸੁਣੋ। ਜਦੋਂ ਆਨੰਦ ਸੁਣਿਆ, ਜਦੋਂ ਆਨੰਦ ਦੀ ਬਾਣੀ ਸੁਣੀ, ਜਦੋਂ ਆਨੰਦ ਬਾਰੇ ਪਤਾ ਕੀਤਾ ਕਿ ਆਨੰਦ ਹੁੰਦਾ ਕੀ ਹੈ, ਫਿਰ ਜਦੋਂ ਆਨੰਦ ਸਾਹਿਬ ਦੀ ਬਾਣੀ ਸੁਣੀ, ਫਿਰ ਪਾਰ ਬ੍ਰਹਮ ਪਰਮੇਸ਼ਰ ਮਿਲਿਆ। ਤੇ ਜਦੋਂ ਪਾਰ ਬ੍ਰਹਮ ਪਰਮੇਸ਼ਰ ਮਿਲਿਆ, ਫਿਰ ਮਨੋਰਥ ਵੀ ਪੂਰੇ ਹੋ ਗਏ, ਤੇ ਫਿਰ ਸਾਰੇ ਵਸੂਰੇ, ਸਾਰੀਆਂ ਚਿੰਤਾਵਾਂ ਵੀ ਖਤਮ ਹੋ ਗਈਆਂ। ਦੁੱਖ ਰੋਗ ਸੰਤਾਪ ਉਤਰੇ। ਸਾਰੇ ਤਰ੍ਹਾਂ ਦੇ ਦੁੱਖ, ਜਿਹੜੇ ਮਾਨਸਿਕ ਦੁੱਖ ਹਨ, ਫਿਰ ਰੋਗ ਜਿਹੜੇ ਸਰੀਰ ਨੂੰ ਰੋਗ ਲੱਗੇ ਹੋਏ ਆ, ਸੰਤਾਪ, ਸਾਰੇ ਤਰ੍ਹਾਂ ਦੇ ਕਈ ਤਰ੍ਹਾਂ ਦੇ ਕਲੇਸ਼ ਜਿਹੜੇ ਆ, ਦੁੱਖ ਆ, ਸੰਤਾਪ ਜਿਹੜੇ ਆ, ਉਹ ਖਤਮ ਹੋ ਜਾਂਦੇ ਆ ਸੁਣੀ ਸੱਚੀ ਬਾਣੀ। ਜਿਹੜੇ ਮਾਨਸਿਕ ਰੋਗ ਹਨ ਉਹ ਵੀ ਖਤਮ ਹੋ ਜਾਂਦੇ ਆ, ਸਰੀਰਕ ਰੋਗ ਵੀ ਖਤਮ ਹੋ ਜਾਂਦੇ ਆ, ਸੰਸਾਰੀ ਦੁੱਖ ਵੀ ਖਤਮ ਹੋ ਜਾਂਦੇ ਆ ਸੁਣੀ ਸੱਚੀ ਬਾਣੀ। ਕਿਹਦੇ ਨਾਲ? ਸੱਚੀ ਬਾਣੀ ਸੁਣਨ ਦੇ ਨਾਲ, ਪਰਮੇਸ਼ਰ ਦੀ। ਇਸ ਆਨੰਦ ਸਾਹਿਬ ਦੀ ਬਾਣੀ ਨੂੰ ਸੁਣਨ ਦੇ ਨਾਲ, ਪਰਮੇਸ਼ਰ ਦੀ ਸੱਚੀ ਸਿਫਤ ਸਲਾਹ ਦੀ ਬਾਣੀ ਸੁਣਨ ਦੇ ਨਾਲ
ਸਾਰੇ ਦੁੱਖ ਰੋਗ ਸੰਤਾਪ ਉਤਰ ਜਾਂਦੇ ਆ, ਖਤਮ ਹੋ ਜਾਂਦੇ ਆ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ। ਫਿਰ ਜਿਹੜੇ ਸੰਤ ਸਾਜਨ ਭਏ ਸਰਸੇ, ਉਹ ਮਨੁੱਖ ਸੰਤ ਬਣ ਜਾਂਦੇ ਆ। ਜਿਹੜੇ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਸੁਣਦੇ ਆ ਨਾ, ਉਹ ਸੰਤ ਬਣ ਜਾਂਦੇ, ਸਾਜਨ ਬਣ ਜਾਂਦੇ ਆ, ਗੁਰਮੁਖ ਬਣ ਜਾਂਦੇ ਆ। ਫਿਰ ਉਹਨਾਂ ਦੇ ਅੰਦਰ ਰਸ ਭਰ ਜਾਂਦਾ ਹੈ ਨਾਮ ਦਾ, ਫਿਰ ਆਨੰਦ ਦਾ ਰਸ ਭਰ ਜਾਂਦਾ ਹੈ। ਸਰਸੇ ਦਾ ਅਰਥ ਰਸ ਸਹਿਤ, ਸਰਸੇ। ਇਹ ਸਰਸੇ ਕਿਸੇ ਸ਼ਹਿਰ ਦਾ ਨਾਂ ਨਹੀਂ ਹੈ, ਜਿਵੇਂ ਕਈ ਕਰਦੇ ਆ ਨਾ ਕਿ ਸਰਸੇ ਦੇ ਵਿੱਚ ਸੰਤ ਸਾਜਨ ਹਨ, ਨਹੀਂ। ਸਰਸੇ ਦਾ ਅਰਥ ਸਾਰਸ, ਭਾਵ ਰਸ ਸਹਿਤ। ਉਹਨਾਂ ਦੇ ਅੰਦਰ ਰਸ ਭਰ ਜਾਂਦਾ ਹੈ, ਉਹਨਾਂ ਨੂੰ ਆਨੰਦ ਆ ਜਾਂਦਾ ਹੈ, ਉਹ ਸੰਤ ਬਣ ਜਾਂਦੇ ਆ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹ ਪ੍ਰਾਪਤ ਕਿੱਥੋਂ ਹੁੰਦੀ ਹੈ ਬਾਣੀ ਸੱਚੀ? ਪੂਰੇ ਗੁਰੂ ਤੋਂ। ਪੂਰੇ ਗੁਰ ਤੇ ਜਾਣੀ, ਪੂਰੇ ਗੁਰੂ ਤੋਂ ਪ੍ਰਾਪਤੀ ਹੁੰਦੀ ਆ। ਸੁਣਤੇ ਪੁਨੀਤ ਕਹਤੇ ਪਵਿੱਤ। ਸੁਣਨ ਵਾਲੇ ਪੁਨੀਤ ਹੋ ਗਏ ਤੇ ਕਹਿਣ ਵਾਲੇ ਪਵਿੱਤਰ ਹੋ ਜਾਂਦੇ ਆ। ਜਿਹੜੇ ਪਰਮੇਸ਼ਰ ਦੀ ਬਾਣੀ ਨੂੰ ਸੁਣਦੇ ਆ ਤੇ ਜਿਹੜੇ ਪਰਮੇਸ਼ਰ ਦੀ ਬਾਣੀ ਨੂੰ ਕਹਿੰਦੇ ਆ। ਸਤਿਗੁਰ ਰਹਿਆ ਭਰਪੂਰੇ, ਫਿਰ ਸਤਿਗੁਰੂ ਉਹਨਾਂ ਦੇ ਹਿਰਦੇ ਦੇ ਵਿੱਚ ਭਰਪੂਰ ਹੋ ਜਾਂਦਾ। ਬਾਣੀ ਉਹਨਾਂ ਦੇ ਹਿਰਦੇ ਵਿੱਚ ਭਰਪੂਰ ਜਿਹੜੀ ਹੈ ਹੋ ਜਾਂਦੀ ਹੈ। ਜਿਹੜੇ ਮਨੁੱਖ ਪਰਮੇਸ਼ਰ ਦੀ ਸਿਫਤ ਸਲਾਹ ਸੁਣਦੇ ਆ ਤੇ ਜਿਹੜੇ ਮਨੁੱਖ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਆ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਭਰਪੂਰੇ ਨਹੀਂ ਪੜਨਾ, ਭਰਪੂਰੇ, ਭਰਪੂਰੇ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਤਿਗੁਰ ਧੂਰੇ ਨਹੀਂ ਪੜਨਾ, ਇਹਨੂੰ ਤੂਰੇ ਪੜਨਾ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਸਤਿਗੁਰ ਕਹਿੰਦੇ ਆ, ਇਹ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਬੇਨਤੀ ਹੈ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਅਸੀਂ ਵੀ ਆਪ ਜੀ ਦੇ ਚਰਨਾਂ ਨਾਲ ਲੱਗ ਸਕੀਏ, ਗੁਰੂ ਦੇ ਚਰਨਾਂ ਨਾਲ ਲੱਗ ਸਕੀਏ, ਤਾਂ ਕਿ ਸਾਡੇ ਅੰਦਰ ਵਾਜੇ ਅਨਹਦ ਤੂਰੇ। ਸਾਡੇ ਅੰਦਰ ਵੀ ਉਹ ਜਿਹੜੇ ਵਾਜੇ ਆ, ਉਹ ਜਿਹੜੇ ਰਸ ਆ, ਉਹ ਜਿਹੜਾ ਆਨੰਦ ਹੈ, ਉਹ ਪੈਦਾ ਹੋ ਸਕੇ। ਇਸ ਕਰਕੇ ਆਪ ਜੀ ਕਿਰਪਾ ਕਰੋ। ਸਾਡੀ ਇਹ ਬੇਨਤੀ ਹੈ। ਅਖੀਰਲੀ ਪੰਕਤੀ ਸਤਿਗੁਰਾਂ ਨੇ ਬੇਨਤੀ ਕਰਨ ਦੀ ਜਾਚ ਸਿਖਾਈ ਹੈ ਕਿ ਭਾਈ ਸਿੱਖਾ, ਗੁਰੂ ਅੱਗੇ ਬੇਨਤੀ ਕਰ ਕਿ ਗੁਰੂ ਦੇ ਚਰਨ ਹਿਰਦੇ ਚ ਵਸ ਜਾਣ। ਵਾਜੇ ਅਨਹਦ ਤੂਰੇ, ਜਿਹੜੇ ਆ ਨਾ ਰਸ, ਜਿਹੜੇ ਆਨੰਦ ਦੀ ਪ੍ਰਾਪਤੀ ਕਰਨ ਤੂੰ ਸੰਸਾਰ ਤੇ ਆਇਆ, ਤੇ ਉਹ ਤੈਨੂੰ ਰਸ ਜਿਹੜਾ ਉਹ ਪ੍ਰਾਪਤ ਹੋ ਸਕੇ। ਸੋ ਸਾਧ ਸੰਗਤ ਜੀ, ਆਪਾਂ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਅੱਜ ਸਮਾਪਤ ਕਰ ਲਈ ਹੈ। ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਹੈ, ਜੋ ਆਪਾਂ ਸੰਪੂਰਨ ਆਨੰਦ ਸਾਹਿਬ ਦੀ ਬਾਣੀ ਅੱਜ ਸੰਪੂਰਨ ਕਰ ਲਈ ਹੈ, ਪੂਰੀ ਕਰ ਲਈ ਹੈ। 40 ਪੌੜੀਆਂ ਆਨੰਦ ਸਾਹਿਬ ਦੀਆਂ ਹਨ। ਏਕਾ ਤਾਂ ਲੱਗਾ ਹੈ ਕਿਉਂਕਿ ਇਹ ਆਨੰਦ ਸਾਹਿਬ ਦੀ ਬਾਣੀ ਦਾ ਸਰਲੇਖ ਸੀ ਨਾ, ਇਸ ਕਰਕੇ ਤੇ ਏਕਾ ਲੱਗਾ ਕਿ ਇੱਕ ਬਾਣੀ ਹੈ ਸਾਰੀ। 40 ਦੀਆਂ 40 ਪੌੜੀਆਂ ਇੱਕ ਹਨ, ਭਾਵ ਇਹ ਨਹੀਂ ਕਿ ਅੱਧੀਆਂ ਕੋਈ ਹੋਰ ਹਨ ਪੌੜੀਆਂ, ਅੱਧੀਆਂ ਕੋਈ ਹੋਰ ਬਾਣੀ ਦੀਆਂ ਹਨ, ਨਹੀਂ। 40 ਦੀਆਂ 40 ਇੱਕ ਥਾਂ ਜਗ੍ਹਾ ਕਰਕੇ ਪੌੜੀਆਂ ਤੇ ਇੱਕ ਏਕਾ ਲਾ ਦਿੱਤਾ ਕਿ ਇੱਥੋਂ ਤੱਕ ਬਾਣੀ ਜਿਹੜੀ ਹੈ ਆਨੰਦ ਸਾਹਿਬ ਦੀ ਹੈ, ਤਾਂ ਕਰਕੇ ਏਕਾ ਲੱਗਾ ਹੋਇਆ ਹੈ। ਸੋ ਇੱਥੇ ਜਿਹੜੀ ਹੈ ਆਨੰਦ ਸਾਹਿਬ ਦੀ ਸਮਾਪਤੀ ਹੈ। ਤੇ ਕੱਲ ਨੂੰ ਆਪਾਂ ਤਪ ਪ੍ਰਸਾਦ ਸਵਈਏ, ਸੁਧਾ ਸਵਈਏ ਜਿਹਨਾਂ ਨੂੰ ਕਿਹਾ ਜਾਂਦਾ, ਜੋ ਨਿਤਨੇਮ ਦੀ ਬਾਣੀ ਹੈ, ਅੰਮ੍ਰਿਤ ਦੀ ਬਾਣੀ ਹੈ, ਉਸ ਬਾਣੀ ਨੂੰ ਆਪਾਂ ਕੱਲ ਤੋਂ 10 ਸਵਈਏ ਹਨ, 10 ਸਵਈਏ ਆਪਾਂ ਕਰਕੇ ਫਿਰ ਉਪਰੰਤ ਫਿਰ ਆਪਾਂ ਜਿਹੜਾ ਜਾਪ ਸਾਹਿਬ ਦੀ ਸੰਥਿਆ ਆਰੰਭ ਕਰਨੀ ਹੈ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜੋ ਆਪ ਜੀ ਜੁੜਦੇ ਹੋ ਤੇ ਨਵੀਂ ਸੰਗਤ ਵੀ ਜੁੜ ਰਹੀ ਹੈ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਹ ਬਹੁਤ ਵੱਡਾ ਪਲੇਟਫਾਰਮ ਮਿਲਿਆ ਹੈ ਆਪਾਂ ਨੂੰ, ਜੋ ਆਪਾਂ ਆਪਣੇ ਘਰਾਂ ਦੇ ਵਿੱਚ ਇਸ ਲਾਕਡਾਊਨ ਦੇ ਦੌਰਾਨ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਬਾਣੀ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਾਂ, ਸਤਿਗੁਰਾਂ ਦੇ ਇਤਿਹਾਸ ਦੇ ਨਾਲ ਜੁੜਦੇ ਹਾਂ, ਗੁਰਮਤਿ ਦੀ ਸੋਝੀ ਪ੍ਰਾਪਤ ਕਰਦੇ ਹਾਂ। ਇਸ ਕਰਕੇ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਬੇਨਤੀ ਕਰਾਂ ਕਿ ਆਪ ਜੀ ਨੇ ਜੇ ਕੁਛ ਪੁੱਛਣਾ ਹੈ ਤੇ ਉਹ ਮਾਈਕ ਔਨ ਕਰਕੇ ਪੁੱਛ ਸਕਦੇ ਹੋ, ਫਿਰ ਆਪਾਂ ਜਿਹੜੀ ਹੈ ਸਮਾਪਤੀ ਕਰੀਏ। ਵਾਹਿਗੁਰੂ। ਹਾਂਜੀ ਹਾਂਜੀ, ਗੁਰਮੀਤ ਸਿੰਘ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਬੇਨਤੀ ਸੀ ਵੀ ਆਪਣੇ ਟਾਈਮ ਦਾ ਥੋੜਾ ਟਾਈਮ ਐਡੇ ਰਹਿਦਾ ਟਾਈਮ ਹੋ ਜਾਂਦਾ, ਸੰਗਤ ਆਮ ਡਰੋਪ ਹੋਣੀ ਸ਼ੁਰੂ ਹੋ ਜਾਂਦੀ 7 ਤੋਂ ਬਾਅਦ ਹੀ। ਅੱਛਾ ਜੇ ਜੀ, ਹੋ ਸਕੇ ਸੰਗਤ ਨਾਲ ਕਰਕੇ ਵਿਚਾਰ ਥੋੜਾ ਟਾਈਮ ਦਾ ਕੋਈ ਚੇਂਜ ਸ਼ਾਮਾਂ ਦਾ ਕੀਤਾ ਜਾਵੇ, ਜਾਂ 6 ਤੋਂ 7 ਕਰਦੇ ਉਹਨਾਂ ਕੋਈ ਟਾਈਮ ਦਾ ਕੋਈ ਚੇਂਜ। ਸਾਰੇ ਟਾਈਮ ਦਾ ਨਾ ਸ਼ਾਮਾਂ ਨੂੰ ਸਾਰੀ ਸੰਗਤ ਡਰੋਪ ਹੁੰਦੀ 7 ਤੋਂ ਬਾਅਦ ਜੀ, ਕਾਫੀ ਡਰੋਪ ਹੋਣਾ ਸ਼ੁਰੂ ਹੋ ਜਾਂਦੇ 7 ਤੋਂ ਬਾਅਦ ਜੀ। ਬਿਲਕੁਲ ਬਿਲਕੁਲ। ਹਾਂਜੀ ਜ਼ਰੂਰ ਆਪਾਂ ਇਹਦੇ ਤੇ ਵਿਚਾਰ ਕਰਦੇ ਹਾਂ
ਸੰਗਤ ਨੂੰ ਪੁੱਛ ਲੈਂਦੇ ਆ। ਵੈਸੇ ਤੇ ਕਰੀਬ 6 ਵਜੇ ਤੱਕ 6 ਤੋਂ ਲੈ ਕੇ ਤੇ ਪੌਣੇ 7 ਤੱਕ 45 ਮਿੰਟ ਠੀਕ ਜਿਹੜਾ ਹੈ। ਆਮ ਬੀਬੀਆਂ ਨੇ ਚੋਂ, ਹਾਂਜੀ, ਕਿਉਂਕਿ ਵੈਸੇ ਵੀ ਰਹਿ ਰਾਸ ਦਾ ਸਮਾਂ ਕਿਉਂਕਿ ਹੋ ਜ਼ਿਆਦਾ ਜਾਂਦਾ। ਬੀਬੀਆਂ ਜੁੜੀਆਂ ਨੇ, ਬੀਬੀਆਂ ਹਾਂਜੀ ਹਾਂਜੀ, ਹਾਂਜੀ ਬੀਬੀਆਂ ਸ਼ਾਮਾਂ ਨੂੰ ਤਿਆਰੀ ਚੌਂਕੀ ਚੱਲੇ ਜੀ। ਠੀਕ 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 ਹਾਂਜੀ ਅੱਛਾ ਉਹ ਬੇਨਤੀ ਸੀ। ਠੀਕ ਹੈ ਜੀ, 1-2 ਦਿਨ ਦੇ ਵਿੱਚ ਆਪਾਂ ਸੈਟਿੰਗ ਕਰ ਲੈਂਦੇ ਆ ਠੀਕ ਹੈ ਤੇ ਜੀ। ਸਮਾਂ ਜਿਹੜਾ ਚੇਂਜ ਕਰ ਲੈਂਦੇ। ਬਹੁਤ ਬਹੁਤ ਧੰਨਵਾਦ ਓਕੇ ਸੁਝਾਅ ਦੇਣ ਵਾਸਤੇ। ਓਕੇ ਤੋ ਜੀ। ਇਸੇ ਤਰ੍ਹਾਂ ਹੋਰ ਵੀ ਕਿਸੇ ਸੰਗਤ ਨੇ ਕੁਝ ਦੱਸਣਾ ਹੈ ਤੇ ਉਹ ਆਪ ਜੀ ਕਹਿ ਸਕਦੇ ਹੋ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਆਵਾਜ਼ ਨਹੀਂ ਆ ਰਹੀ ਭਾਈ ਸਾਹਿਬ, ਮੇਰੇ ਖਿਆਲ ਨਾਲ ਕੋਈ ਪੁੱਛਣਾ ਨੇ ਕੀ ਲਿਖਿਆ। ਨਹੀਂ, ਚਲੋ ਠੀਕ ਹੈ ਜੀ, ਫਿਰ ਸਮਾਪਤੀ ਕਰੀਏ। ਸੋ ਆਪਾਂ ਕੱਲ ਤੋਂ ਸ਼ਾਮ ਦੀ ਕਲਾਸ ਜਿਹੜੀ ਆਪਾਂ ਉਹਦੇ ਵਿੱਚ ਤਪ ਪ੍ਰਸਾਦ ਸਵਈਏ ਸੁਦਾ ਸਵਈਏ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ ਆਪਾਂ ਵਿਚਾਰਨੇ ਆ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।